ਅੱਜ ਸੰਘਰਸ਼ ਕਿਸਾਨੀ ਦੇ ਮੁੱਦੇ ਦੇ ਉੱਤੇ ਆ ਔਰ ਇਹ ਲਗਭਗ ਆਪਣੀ ਕੀ ਕਹਿੰਦੇ ਆਰ ਪਾਰ ਦੀ ਲੜਾਈ ਆ। ਇਸ ਵਕਤ ਦੇਖ ਰਹੇ ਆ ਨਾ, ਇਹ ਜਿਹੜਾ ਆਪਣੇ ਤੇ ਵਾਰ-ਵਾਰ ਹਮਲੇ ਹੋ ਰਹੇ ਆ, ਇਹ ਕੋਈ ਐਵੇਂ ਅਚਾਨਕ ਨਹੀਂ ਹੋ ਰਹੇ। ਉਹਨਾਂ ਨੂੰ ਪਤਾ ਵਾ ਕਿ ਜਿਸ ਦਿਨ ਵੀ ਇਸ ਦੇਸ਼ ਵਿੱਚ ਕੋਈ ਬਗਾਵਤ ਕਰਨ ਦੀ ਸੁਰ ਤੇ ਹਿੰਮਤ ਰੱਖਦਾ, ਉਹ ਪੰਜਾਬੀ ਤੇ ਸਿੱਖ ਰੱਖਦੇ ਨੇ। ਗਿਣ ਮਿੱਥ ਕੇ ਟਾਰਗੇਟ ਕਰਕੇ ਤੁਹਾਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਕੇ, ਤੁਹਾਨੂੰ ਰਾਜਨੀਤਿਕ ਤੌਰ ਤੇ ਕਮਜ਼ੋਰ ਕਰਕੇ ਤੁਹਾਡੇ ਕੋਲੋਂ ਸ਼ਕਤੀ ਖੋਣਾ ਚਾਹੁੰਦੇ ਨੇ। ਕਿਉਂਕਿ ਇਸ ਦੇਸ਼ ਦੇ ਹਾਕਮਾਂ ਨੂੰ ਇਨਸਾਫ ਦੇਣ ਦੀ ਆਦਤ ਨਹੀਂ ਗੀ ਔਰ ਕੋਈ ਵੀ ਗੱਲ ਫਰਾਖ ਦਿਲੀ ਨਾ ਕਰਨ ਦੀ ਤਾਂ ਬਿਲਕੁਲ ਆਦਤ ਨਹੀਂ ਗੀ। ਕੱਲੀ ਯਾਰ ਐਮਐਸਪੀ ਦੀ ਲੜਾਈ ਨਹੀਂ ਗੀ ਮੇਰੇ ਵੀਰੋ, 1 ਲੱਖ ਕਰੋੜ ਦੇ ਕਰਜ਼ਈ ਆ ਆਪਾਂ ਕਿਸਾਨ। ਰੋਜ਼ ਆਤਮ ਹੱਤਿਆ ਹੋ ਰਹੀਆਂ, ਟੱਬਰਾਂ ਦੇ ਟੱਬਰ ਮਰ ਗਏ ਨੇ। ਅਕਾਲੀ ਦਲ ਦੀ ਸਰਕਾਰ ਹੋਵੇ, ਅਖਾਉਂਦੀ ਹੋਵੇ ਪੰਥਕ ਸਰਕਾਰ, ਤੇ ਯਾਰੋ ਸਾਰੇ ਅਫਸਰ ਛੱਡ ਕੇ 7 ਅਫਸਰ ਟਪਾ ਕੇ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਲਾਉਣ, ਜਿਹੜਾ ਚੱਡੇ ਪਾੜਦਾ ਸਾਡੇ ਨੌਜਵਾਨਾਂ ਦੇ। ਆ ਕੈਪਟਨ ਸਾਹਿਬ 5 ਸਾਲ ਪੌਣੇ 4 ਸਾਲ ਹੋ ਗਏ ਨੇ, ਮੈਂ ਐਂ ਕਰ ਦੂੰਗਾ, ਮੈਂ ਇਉਂ ਕਰ ਦੂੰਗਾ। ਕੀਤਾ ਕੁਛ ਦੱਸਿਓ ਮੈਨੂੰ ਜ਼ਰਾ। ਸਵਾਏ ਗੱਲਾਂ ਬਾਤਾਂ ਤੋਂ ਖੋਖਲੀਆਂ ਗੱਲਾਂ। ਬਿਲਕੁਲ ਛੋਟਾ ਜਿਹਾ ਮੋਹਰਾ ਆਏ ਸਾਰੀ ਖੇਡ ਵਿੱਚ, ਨਿੱਕਾ ਜਿਹਾ। ਮੈਂ ਤੁਹਾਨੂੰ ਇੱਥੋਂ ਕਹਿ ਕੇ ਚੱਲਿਆ, ਸਾਹਮਣੇ ਲੱਗੇ ਨੇ ਲੋਕ, ਕਹਿੰਦੇ ਜੀ ਹਉਮੈ ਨਹੀਂ ਛੱਡਦੇ ਜੀ, ਕੁਰਸੀ ਨਹੀਂ ਛੱਡਦੇ। ਲਓ ਤੁਸੀਂ ਪੰਜਾਬ ਦੇ ਲੋਕ ਇਕੱਠੇ ਕਰੋ ਸਾਰੇ ਜਾਣੇ, ਮੈਨੂੰ ਕਤਾਰ ਦੀ ਅਖੀਰਲੇ ਨੰਬਰ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਨੂੰ ਖੜੋ। ਮੇਰੀ ਕੋਈ ਇੱਛਾ ਨਹੀਂ ਗੀ, ਨਾ ਮੈਂ ਕੋਈ ਅਹੁਦਾ ਚਾਹਾਂ, ਨਾ ਮੈਂ ਕੋਈ ਕੁਰਸੀ ਚਾਹਾਂ। ਬਾਕੀ ਲੀਡਰਾਂ ਤੋਂ ਵੀ ਕੈਮਰੇ ਦੇ ਉੱਤੇ ਘਵਾਓ ਤੇ ਇਹਨਾਂ ਨੂੰ ਅੱਗੇ ਲੈ ਕੇ ਆਓ। ਤੇ ਹਿੰਦੂ ਰਾਸ਼ਟਰ ਦੀ ਗੱਲ ਕਰਨ ਭਾਜਪਾ ਤੇ ਆਰਐਸਐਸ ਤੇ ਲਿਖਣ ਤੇ ਬੋਲਣ, ਉਹਨਾਂ ਦੇ ਤਾਂ ਕੋਈ ਵੱਖਵਾਦੀ ਦਾ ਕੋਈ ਲੱਗਦਾ ਨਹੀਂ ਕਾ ਫੱਟਾ। ਸ਼ੰਭੂ ਬੈਰੀਅਰ ਦੇ ਇਸ ਧਰਨੇ ਤੇ ਵਿਰਾਜਮਾਨ ਸਾਰੀ ਸਮੂਹ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਇਸ ਧਰਨੇ ਦੇ ਪ੍ਰਬੰਧਕ ਜਿਹੜੇ ਨੇ ਉਹ ਵਧਾਈ ਦੇ ਪਾਤਰ ਨੇ, ਔਰ ਜਿੰਨਾ ਵੀ ਮੈਂ ਦੇਖ ਰਿਹਾ ਇੱਥੇ ਇਕੱਠ ਆ ਜਿਹੜਾ, ਸਾਰੇ ਆਪਣੇ ਆਪਣੇ ਕੰਮ ਛੱਡ ਕੇ, ਬਹੁਤ ਮਹਾਨ ਹਸਤੀਆਂ ਵੀ, ਚੰਗੇ ਚੰਗੇ ਲੋਕ ਇਸ ਧਰਨੇ ਵਿੱਚ ਕਈ ਦਿਨਾਂ ਤੋਂ ਲਗਾਤਾਰ ਜਿਹੜੇ ਬੈਠੇ ਨੇ। ਤੁਸੀਂ ਇਹੀ ਮੈਂ ਕਹਿ ਸਕਦਾ ਵਾਂ ਕਿ ਅੱਜ ਜਿੰਨੇ ਰਾਹਗੀਰ ਲੰਘ ਰਹੇ ਨੇ, ਇਹਨਾਂ ਨੂੰ ਤੁਹਾਡੇ ਤੇ ਹੀ ਆਸ ਆ। ਇਹਨਾਂ ਨੂੰ ਪਤਾ ਵਾ ਕਿ ਸਾਡੀ ਲੜਾਈ ਲੜਨ ਵਾਲੇ ਹੈਗੇ ਨੇ ਪੰਜਾਬ ਦੇ ਵਿੱਚ। ਉਹਨਾਂ ਨੂੰ ਪਤਾ ਵਾ ਕਿ ਸਾਡੀ ਆਵਾਜ਼ ਬਣ ਕੇ ਕੋਈ ਬੋਲ ਰਿਹਾ ਪੰਜਾਬ 'ਚ, ਔਰ ਇੱਕ ਆਵਾਜ਼ ਸ਼ੰਭੂ 'ਚੋਂ, ਇੱਕ ਆਵਾਜ਼ ਸਾਰੇ ਪੰਜਾਬ ਦੇ ਟੋਲ ਪਲਾਜ਼ਾਸ 'ਚੋਂ ਜਾਂ ਪੈਟਰੋਲ ਪੰਪਾਂ ਦੇ ਬਾਹਰ। ਆਵਾਜ਼ ਇੱਕ ਹੀ ਆ, ਰਾਹ ਤੇ ਟੀਚਾ ਆਪਣਾ ਇੱਕ ਹੀ ਆ। ਕਿਸੇ ਗੱਲ ਦਾ ਆਪਾਂ ਨੂੰ ਕੋਈ ਬੁਰਾ ਨਹੀਂ ਮਨਾਉਣਾ ਚਾਹੀਦਾ, ਇਤਫਾਕ ਰੱਖਣਾ ਚਾਹੀਦਾ। ਇਸ ਲਈ ਮੈਂ ਸਮਝਦਾ ਤੁਸੀਂ ਸਾਰੇ ਬਹੁਤ ਜੁਝਾਰੂ ਕਹਿ ਸਕਦਾ, ਗੈਰਤਮੰਦ ਕਹਿ ਸਕਦਾ, ਅਖਲਾਕੀ ਕਹਿ ਸਕਦਾ, ਪੰਜਾਬ ਦੇ ਹਿਤੈਸ਼ੀ ਕਹਿ ਸਕਦਾ, ਜੋ ਤੁਸੀਂ ਇੱਥੇ ਮੋਰਚਾ ਵਿੱਢਿਆ। ਦੀਪ ਸਿੱਧੂ ਮੈਂ ਤਾਂ ਪਹਿਲੀ ਵਾਰ ਹੀ ਮਿਲਿਆ, ਮੇਰਾ ਛੋਟਾ ਵੀਰ ਆ। ਇਹ ਬੜੇ ਆਰਾਮਦਾਇਕ ਜ਼ਿੰਦਗੀ ਬੰਬੇ ਵਿੱਚ, ਬਾਲੀਵੁੱਡ ਵਿੱਚ ਆਪਣਾ ਸੋਹਣੇ ਪੈਸੇ ਕਮਾ ਰਿਹਾ, ਗਾਂ ਵੀ ਕਮਾ ਸਕਦਾ ਸੀਗਾ। ਇਹਨੂੰ ਲੋੜ ਨਹੀਂ ਸੀ ਕੋਈ ਇੱਥੇ ਆਣ ਕੇ ਪੁੰਜੇ ਬਹਿਣ ਦੀ, ਸੜਕ ਦੇ ਉੱਤੇ ਆਣ ਕੇ। ਪਰ ਕਿਉਂਕਿ ਇਹਦੇ ਅੰਦਰ ਵੀ ਉਹੀ ਦੁੱਖ ਤੇ ਦਰਦ ਆ ਜਿਹੜਾ ਤੁਸੀਂ ਸਾਰੇ ਇੱਥੇ ਇਸ ਵਕਤ ਬੈਠੇ ਹੋ, ਇਸ ਲਈ ਮੈਂ ਇਹਨੂੰ ਵੀ ਵਧਾਈ ਦਿੰਦਾ ਵਾਂ। ਔਰ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਸਮੂਹ ਕਿਸਾਨ ਜਥੇਬੰਦੀਆਂ ਦੇ ਸਾਰੇ ਸੰਘਰਸ਼ ਦੀ ਹਮਾਇਤ ਕਰਦੇ ਹਾਂ ਜਿਹੜੀਆਂ, ਔਰ ਮੈਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਮੇਰੀ ਬੇਨਤੀ ਆ। ਮੈਨੂੰ ਕੁਝ ਦਿਨਾਂ ਤੋਂ ਦੇਖ ਕੇ ਥੋੜ੍ਹੀ ਦੁੱਖ ਹੁੰਦਾ ਸੀਗਾ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣੇ ਆਪਣੇ ਝੰਡੇ ਚੱਕੀ ਫਿਰਦੀਆਂ। ਮੇਰਾ ਛੋਟਾ ਵੀਰ ਖੁੱਡੀਆਂ ਬੋਲ ਕੇ ਗਿਆ ਕਿ ਉਹਨਾਂ ਨੂੰ 2022 ਦਿਸਦਾ ਵਾ। ਗਲਤ ਗੱਲ ਆ। ਅੱਜ ਸੰਘਰਸ਼ ਕਿਸਾਨੀ ਦੇ ਮੁੱਦੇ ਦੇ ਉੱਤੇ ਆ ਔਰ ਇਹ ਲਗਭਗ ਆਪਣੀ ਕੀ ਕਹਿੰਦੇ ਆਰ ਪਾਰ ਦੀ ਲੜਾਈ ਆ। ਇਹਦੇ ਵਿੱਚ ਉਹਨਾਂ ਨੂੰ ਝੰਡੇ ਨਹੀਂ ਸੀ ਚੱਕਣੇ ਚਾਹੀਦੇ। ਇਹਦੇ ਵਿੱਚ ਵੱਧ ਤੋਂ ਵੱਧ ਕਾਲਾ ਝੰਡਾ, ਨਹੀਂ ਤਾਂ ਕਿਸਾਨੀ ਦੇ ਹਰੇ ਝੰਡੇ ਦੇ ਰੰਗ ਥੱਲੇ ਆਪਾਂ ਨੂੰ ਸੰਘਰਸ਼ ਕਰਨਾ ਚਾਹੀਦਾ। ਹਲੇ ਵੀ ਸਮਾਂ ਉਹਨਾਂ ਨੂੰ, ਹਲੇ ਵੀ ਇਸ ਗੱਲ ਨੂੰ ਆਪਣੀ ਨੂੰ ਸੁਧਾਰ ਕਰਕੇ ਤੇ ਇਹ ਸਮੂਹ ਕਿਸਾਨਾਂ ਦੇ ਸੰਘਰਸ਼ ਦੀ ਸਪੋਰਟ ਕਰਨੀ ਚਾਹੀਦੀ ਔਰ ਕਿਸਾਨਾਂ ਨੂੰ ਅਗਵਾਈ ਕਰ ਲੈਣ ਦਿਓ। ਅਸੀਂ ਸਾਰੇ ਉਹਨਾਂ ਦੇ ਪਿੱਛੇ ਲੱਗ ਕੇ ਜਿੰਨੀ ਸਾਡੇ ਵਿੱਚ ਸਮਰੱਥਾ ਉਹਨਾਂ ਦੀ ਮਦਦ ਕਰਾਂਗੇ। ਮੇਰੇ ਵੀਰੋ, ਇਹ ਜਿਹੜਾ ਆਪਾਂ ਪੰਜਾਬ ਇਸ ਵਕਤ ਦੇਖ ਰਹੇ ਹਾਂ ਨਾ,
ਇਹ ਜਿਹੜਾ ਆਪਣੇ ਤੇ ਵਾਰ-ਵਾਰ ਹਮਲੇ ਹੋ ਰਹੇ ਆ, ਇਹ ਕੋਈ ਐਵੇਂ ਅਚਾਨਕ ਨਹੀਂ ਹੋ ਰਹੇ। ਜਿਹੜੇ ਲੋਕ ਥੋੜਾ ਜਿਹਾ ਇਤਿਹਾਸ ਨਾਲ ਵਾਕਫੀਅਤ ਰੱਖਦੇ ਆ, ਪਿਛੋਕੜ ਨੂੰ ਜਾਣਦੇ ਆ, ਇਹ ਇੱਕ ਕਿਸਮ ਦੀ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਹੋ ਰਹੇ ਨੇ। ਕਿਉਂਕਿ ਉੱਦਾਂ ਦਾ ਹੋਰ ਪਾਸੇ ਟੁਕਦੀ, ਲੇਕਿਨ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਆਪਾਂ ਅਬਦਾਲੀਆਂ ਦੁਰਾਨੀਆਂ ਮੁਗਲਾਂ ਦੇ ਨਾਲ ਲੜਾਈ ਸਾਡੀ ਨਹੀਂ ਸੀਗੀ, ਲੇਕਿਨ ਜਦੋਂ ਉਹ ਦੇਸ਼ ਦੀਆਂ ਔਰਤਾਂ ਚੱਕ ਕੇ ਲਿਜਾ ਕੇ ਤੇ ਬਾਜ਼ਾਰ ਵਿੱਚ ਟਕੇ ਟਕੇ ਦੀ ਉਹਨਾਂ ਦੀ ਇੱਜ਼ਤ ਵੇਚਦੇ ਸੀਗੇ, ਉਦੋਂ ਸਾਡੇ ਪੁਰਖਿਆਂ ਨੇ ਉਹਨਾਂ ਦੇ ਘੋੜਿਆਂ ਦੀਆਂ ਲਗਾਮਾਂ ਫੜੀਆਂ। ਇਸੇ ਤਰ੍ਹਾਂ ਹੀ ਬਾਅਦ 'ਚ ਫਿਰ ਆਪਾਂ ਅੰਗਰੇਜ਼ਾਂ ਦੇ ਨਾਲ ਲੜਾਈ ਲੜੀ। ਔਰ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਿਗਾ ਕਿ ਜਦੋਂ ਪਾਰਟੀਸ਼ਨ ਹੋ ਰਹੀ ਸੀ ਨਾ 47 'ਚ, ਉਦੋਂ ਅੰਗਰੇਜ਼ਾਂ ਨੇ ਆਪਾਂ ਨੂੰ ਇਹ ਬਕਾਇਦਾ ਸਾਡੀ ਸਿੱਖ ਲੀਡਰਸ਼ਿਪ ਨੂੰ ਆਫਰ ਕੀਤਾ ਸੀਗਾ ਕਿ ਤੁਸੀਂ ਅਗਰ ਚਾਹੁੰਦੇ ਹੋ ਤੇ ਤੁਹਾਨੂੰ ਇੱਕ ਆਜ਼ਾਦ ਦੇਸ਼ ਆਪਣਾ ਲਹਿਦਾ ਦੇ ਦਿੰਦੇ ਆ। ਕਿਉਂਕਿ ਆਪਣੇ ਕੋਲ ਪਹਿਲਾਂ ਖਾਲਸਾ ਰਾਜ, ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦਾ 1799 ਤੋਂ ਲੈ ਕੇ 1839 ਤੱਕ ਦਾ 40 ਸਾਲ ਦਾ ਬਿਹਤਰੀਨ ਰਾਜ, ਜਿਹਦੇ ਵਿੱਚ ਇੱਕ ਵੀ ਫਾਂਸੀ ਨਹੀਂ ਹੋਈ, ਜਿਹਦੇ ਵਿੱਚ ਸਾਰੇ ਧਰਮਾਂ ਨੂੰ ਇੱਕ ਨਿਗਾਹ ਦੇ ਨਾਲ ਦੇਖਿਆ ਜਾਂਦਾ ਸੀ। ਜਿਹੜਾ ਅੱਜ ਸੈਕੂਲਰਿਜ਼ਮ ਦਾ ਨਾਰਾ ਲਾਉਂਦੇ ਨਾ ਸਾਰੀਆਂ ਆਪਣੀਆਂ ਪਾਰਟੀਆਂ, ਮਹਾਰਾਜਾ ਰਣਜੀਤ ਸਿੰਘ ਨੇ ਅੱਜ ਤੋਂ ਕਿੰਨੇ ਸਾਲ ਪਹਿਲਾਂ ਕਰਕੇ ਦਿਖਾ ਦਿੱਤਾ ਸੀਗਾ। ਔਰ ਉਹ ਰਾਜ ਕੋਈ ਛੋਟਾ ਮੋਟਾ ਰਾਜ ਨਹੀਂ ਸੀਗਾ। ਆ ਤਾਂ ਆਪਣਾ ਕੁਝ ਵੀ ਨਹੀਂਗਾ, ਆਪਣਾ ਤਾਂ ਸੂਬੀ ਆ। ਉਹ ਸਤਲੁਜ ਤੋਂ ਪਰਲੇ ਪਾਸੇ ਤੇ ਪਾਕਿਸਤਾਨ ਦਾ ਕਸੂਰ, ਮੁਲਤਾਨ, ਪਿਸ਼ਾਵਰ, ਬਹੁਤ ਵੱਡਾ ਇਲਾਕਾ, ਸਾਰਾ ਜੰਮੂ ਕਸ਼ਮੀਰ, ਇੱਥੋਂ ਤੱਕ ਕਿ ਕਾਬੁਲ ਦੀਆਂ ਕੰਧਾਂ ਤੱਕ ਸਾਡਾ ਰਾਜ ਸੀਗਾ। ਇਸ ਕਰਕੇ ਇਹ ਜਿਹੜੀਆਂ ਸਰਕਾਰਾਂ ਨੇ ਦਿੱਲੀ ਦੇ ਤਖਤ ਹੈ ਨਾ, ਉਹਨਾਂ ਨੂੰ ਪਤਾ ਵਾ ਕਿ ਜਿਸ ਦਿਨ ਵੀ ਇਸ ਦੇਸ਼ ਵਿੱਚ ਕੋਈ ਬਗਾਵਤ ਕਰਨ ਦੀ ਸੁਰ ਤੇ ਹਿੰਮਤ ਰੱਖਦਾ, ਉਹ ਪੰਜਾਬੀ ਤੇ ਸਿੱਖ ਰੱਖਦੇ ਨੇ। ਇਸ ਕਰਕੇ ਤੁਹਾਨੂੰ ਬਕਾਇਦਾ ਤੌਰ ਤੇ ਵਿਉਂਤਬੰਦੀ ਤੋਂ ਨਾਲ 73 ਸਾਲ ਦੀ ਆਜ਼ਾਦੀ ਤੋਂ ਸਾਨੂੰ ਦੁਬਾਰਾ ਸਬਕ ਸਿਖਾਇਆ ਜਾ ਰਿਹਾ, ਸਾਨੂੰ ਟਾਰਗੇਟ ਬਣਾਇਆ ਜਾ ਰਿਹਾ, ਸਾਨੂੰ ਮਿੱਥ ਕੇ ਸਾਨੂੰ ਕਮਜ਼ੋਰ, ਸਾਡਾ ਲੱਕ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਿੰਨੇ ਉਦਾਹਰਨ ਗਿਣਾ ਸਕਦਾ। ਪਹਿਲਾਂ ਤਾਂ ਆਪਾਂ ਇਸ ਦੇਸ਼ ਦੀ ਆਜ਼ਾਦੀ ਸਭ ਤੋਂ ਜ਼ਿਆਦਾ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੀ ਆ, ਕਰਨੈਲ ਸਿੰਘ ਈਸੜੂ ਕਿੱਥੇ ਗੋਆ ਦੇ ਵਿੱਚ ਜਾ ਕੇ ਸ਼ਹਾਦਤ ਦਿੰਦਾ ਵਾ। ਸਭ ਤੋਂ ਜ਼ਿਆਦਾ ਫਾਂਸੀਆਂ ਦੇ ਰੱਸੇ ਪੰਜਾਬੀਆਂ ਤੇ ਸਿੱਖਾਂ ਨੇ ਚੁੰਮੇ, ਕਾਲੇ ਪਾਣੀ ਦੀਆਂ ਕੈਦਾਂ ਕੱਟੀਆਂ। ਸਭ ਤੋਂ ਜ਼ਿਆਦਾ ਸੰਘਰਸ਼ ਇਸ ਆਜ਼ਾਦੀ ਵਿੱਚ ਕੂਕਾ ਲਹਿਰ ਤੋਂ ਲੈ ਕੇ ਮੈਂ ਕਹਿੰਦਾ ਗਦਰੀ ਬਾਬਿਆਂ ਤੋਂ ਲੈ ਕੇ ਕੀ ਨਹੀਂ ਕੀਤਾ, ਦੇਸ਼ ਆਜ਼ਾਦ ਕਰਾਤਾ। ਔਰ ਦੇਸ਼ ਆਜ਼ਾਦ ਕਰਾਉਣ ਤੋਂ ਜਦੋਂ ਮਾਸਟਰ ਤਾਰਾ ਸਿੰਘ ਤੇ ਸਾਡੀ ਉਸ ਲੀਡਰਸ਼ਿਪ ਨੂੰ ਅੰਗਰੇਜ਼ ਕਹਿੰਦੇ ਸੀ ਨਾ ਕਿ ਤੁਸੀਂ ਪਾਕਿਸਤਾਨ ਨਾਲ ਰਲਣਾ, ਉੱਧਰ ਰਲ ਜੋ, ਆਜ਼ਾਦ ਰਹਿਣਾ, ਆਜ਼ਾਦ ਰਹਿ ਲਓ, ਤਾਂ ਪੰਡਿਤ ਨਹਿਰੂ ਜਿਹੜੇ ਸੀਗੇ ਉਸ ਵਕਤ ਦੇ ਲੀਡਰ ਸੀ, ਉਹਨਾਂ ਨੇ ਸਾਡੀ ਸਿੱਖ ਲੀਡਰਸ਼ਿਪ ਨੂੰ ਇੱਕ ਬਹੁਤ ਭਰੋਸੇਯੋਗ ਸਟੇਟਮੈਂਟ ਦਿੱਤੀ ਸੀ, ਜਿਹੜੀ ਇਤਿਹਾਸ ਵਿੱਚ ਹਲੇ ਵੀ ਦਰਜ ਆ। ਉਹਨਾਂ ਨੇ ਕਿਹਾ ਕਿ ਮੈਂ ਅਪੀਲ ਕਰਦਾ ਸਿੱਖਾਂ ਨੂੰ ਕਿ ਤੁਸੀਂ ਸਾਡਾ ਸਾਥ ਦਿਓ, ਅਸੀਂ ਤੁਹਾਨੂੰ ਆਜ਼ਾਦ ਭਾਰਤ ਦੇ ਵਿੱਚ ਹਰ ਕਿਸਮ ਦੀ ਆਜ਼ਾਦੀ, ਸਿਆਸੀ, ਧਾਰਮਿਕ, ਸਮਾਜਿਕ, ਸੱਭਿਆਚਾਰਕ, ਉਹਨਾਂ ਦੇ ਇਸ ਵਾਅਦੇ ਦੇ ਉੱਤੇ ਉਹਨਾਂ ਤੇ ਭਰੋਸਾ ਕਰਕੇ ਆਪਾਂ ਕਿੱਡਾ ਵੱਡਾ ਉਜਾੜਾ ਕਰਾਇਆ। ਦੁਨੀਆ ਵਿੱਚ ਜਿਹੜਾ ਪਾਕਿਸਤਾਨ ਤੇ ਭਾਰਤ ਦਾ ਬਟਵਾਰਾ ਹੋਇਆ, ਜਿਹੜੀ ਆਬਾਦੀ ਉਥਲ ਪੁਥਲ ਹੋਈ, ਇਹ ਕਿਤੇ ਹੀ ਮਿਸਾਲ ਨਹੀਂ ਗੀ ਤਾਜ਼ਾ ਕੰਟੈਂਪਰੇਰੀ ਹਿਸਟਰੀ ਵਿੱਚ। ਲਗਭਗ 10 ਲੱਖ ਬੰਦਾ ਮਰਿਆ ਉਹਦੇ ਵਿੱਚ ਜਦੋਂ ਬਟਵਾਰਾ ਹੋਇਆ ਪਾਕਿਸਤਾਨ ਤੋਂ, ਜਦੋਂ ਆਪਣੇ ਲੋਕ ਉੱਜੜ ਕੇ ਇੱਧਰ ਨੂੰ ਆਏ ਨੇ। 1 ਕਰੋੜ ਦੇ ਲਾਗੇ, ਮੈਂ ਸ਼ਾਇਦ ਫਿਗਰਸ ਮੈਂ ਕਰੈਕਟ ਨਾ ਕੋਟ ਕਰ ਸਕਾਂ, 1 ਕਰੋੜ ਦੇ ਲਾਗੇ ਆਬਾਦੀ ਜਿਹੜੀ ਇੱਧਰੋਂ ਉੱਧਰ ਉੱਠ ਕੇ ਗਈ ਆ, ਆਪਣੇ ਬਣੇ ਬਣਾਏ ਘਰ ਛੱਡ ਕੇ। ਵਧੀਆ ਜ਼ਮੀਨਾਂ, ਖੇਤ, ਵਪਾਰ, ਦਰਜੇ, ਅਹੁਦੇ, ਉਹਨਾਂ ਨੂੰ ਨਿਛਾਵਰ ਕਰਕੇ ਇਸ ਦੇਸ਼ ਦੀ ਆਜ਼ਾਦੀ ਵਿੱਚ ਆਪਾਂ ਇੱਧਰ ਆਣ ਕੇ ਭਾਰਤ ਵਿੱਚ ਸੈਟਲ ਹੋਏ। ਔਰ ਉਸ ਤੋਂ ਇਲਾਵਾ ਫੌਜਾਂ ਦੇ ਵਿੱਚ ਹੁਣ ਵੀ ਜਦੋਂ ਤਾਬੂਤ ਆਉਂਦੇ ਨਾ ਜਦੋਂ ਮੌਤਾਂ ਹੋ ਕੇ ਸਾਡੇ ਨੌਜਵਾਨਾਂ ਦੀਆਂ, ਫੌਜੀਆਂ ਦੀਆਂ ਆਉਂਦੀਆਂ, ਹੁਣੇ ਚਾਈਨਾ ਨੇ ਮੇਰੇ ਖਿਆਲ ਕਿੰਨੇ ਮਰੇ ਸੀ ਉਦੋਂ, ਜੋ 4 ਪੰਜਾਬ ਦੇ ਨੌਜਵਾਨ ਸੀਗੇ। ਕਿਸੇ ਕਸਰ ਛੱਡੀ ਅੱਜ ਤੱਕ, ਹਰ ਗੱਲ ਵਿੱਚ ਮੋਹਰੇ ਹੋ ਕੇ। ਅਨਾਜ ਦੀ ਕਿਸਾਨੀ ਦੀ ਗੱਲ ਹੋ ਰਹੀ ਆ, ਮਤਲਬ ਜਦੋਂ ਸਾਰਾ ਦੇਸ਼ ਭੁੱਖਾ ਮਰਦਾ ਸੀਗਾ, ਮਾਫ ਕਰਨਾ ਚੰਗਾ ਨਹੀਂ ਲੱਗਦਾ, ਉਦੋਂ ਪੰਜਾਬੀਆਂ ਨੇ ਆਪ ਭੁੱਖੇ ਰਹਿ ਕੇ ਗ੍ਰੀਨ ਰੈਵੋਲੂਸ਼ਨ ਦੀ ਸਾਨੂੰ ਤਾਂ ਬੜੀ ਲੋੜ ਹੀ ਨਹੀਂ ਸੀਗੀ, ਅਸੀਂ ਆਪਣੇ ਜੋਗਾ ਤਾਂ ਪੈਦਾ ਕਰਕੇ ਖਾ ਸਕਦੇ ਸੀਗੇ। ਲੇਕਿਨ ਫਿਰ ਦੇਸ਼ ਦੀ ਭੁੱਖਮਰੀ ਨੂੰ ਦੇਖ ਕੇ ਸਾਡੇ ਜਿਹੜੇ ਸੀਗੇ ਬਜ਼ੁਰਗਾਂ ਨੇ ਖੇਤੀ ਵਿੱਚ ਅਨਾਜ ਪੈਦਾ ਕਰਕੇ ਇਸ ਦੇਸ਼ ਨੂੰ ਅਨਾਜ ਫੂਡ ਸਰਪਲਸ ਨੇਸ਼ਨ ਬਣਾ ਦਿੱਤਾ ਭਰਾਓ। ਉਸ ਤੋਂ ਬਾਅਦ ਖੇਡਾਂ ਦੇ ਮੈਦਾਨ 'ਚ ਮਿਲਖਾ ਸਿੰਘ ਵਰਗੇ, ਹਾਕੀ ਦੇ ਸਾਡੇ ਬਲਬੀਰ ਸਿੰਘ ਵਰਗੇ
ਜਾਂ ਜਿਹੜੇ ਹੋਰ ਖਿਡਾਰੀ ਸੀਗੇ ਜਦੋਂ 올림픽ਸ ਵਿੱਚ ਝੰਡਾ ਭਾਰਤ ਦਾ ਚੱਕਦੇ ਨੇ ਉਹਦੇ 'ਚ ਪੰਜਾਬੀਆਂ ਤੇ ਸਿੱਖਾਂ ਦਾ ਘੱਟ ਮਾਣ ਤੇ ਦੇਸ਼ ਦਾ ਮਾਣ ਜ਼ਿਆਦਾ ਹੁੰਦਾ ਵਾ। ਇਹ ਤੋਂ ਇਲਾਵਾ ਹੋਰ ਸੱਭਿਆਚਾਰ ਦੀ ਫੀਲਡ ਵਿੱਚ ਹਰ ਗੱਲ ਵਿੱਚ ਹਿੱਸਾ ਪਾਇਆ। ਇਹਦੇ ਇਵਜ਼ ਵਿੱਚ ਸਾਨੂੰ ਮਿਲਿਆ ਕੀ ਹੈ, ਇਸ ਨੂੰ ਅੱਛੀ ਤਰ੍ਹਾਂ ਪਹਿਚਾਣ ਕਰੋ। ਪਹਿਲਾਂ ਸਾਨੂੰ ਇਹਦੇ ਇਵਜ਼ ਵਿੱਚ ਸਬਕ ਸਿਖਾਉਣ ਦੀ ਨੀਤੀ ਮਿਲੀ ਹੈ। ਇਮੀਡੀਏਟਲੀ ਪਾਰਟੀਸ਼ਨ ਤੋਂ ਬਾਅਦ ਪਹਿਲਾ ਇਮਤਿਹਾਨ ਅਗਰ ਦੇਸ਼ ਦੇ ਵਿੱਚ ਆਇਆ ਤੇ ਉਹ ਪੰਜਾਬੀਆਂ ਤੇ ਸਿੱਖਾਂ ਦਾ ਆਇਆ। ਸਾਰੇ ਦੇਸ਼ ਨੂੰ ਸੂਬੇ ਜਿਹੜੇ ਸੀਗੇ ਉਹ ਭਾਸ਼ਾ ਦੇ ਆਧਾਰ ਦੇ ਦਿੱਤੇ ਗਏ ਆਟੋਮੈਟਿਕਲੀ, ਕਿਉਂਕਿ ਭਾਸ਼ਾ ਕੌਮਾਂ ਮੁਲਕਾਂ ਤੇ ਸੂਬਿਆਂ ਨੂੰ ਜੋੜਦੀਆਂ ਨੇ। ਉਹਦੇ ਨਾਲ ਜਜ਼ਬਾਤ ਜੁੜੇ ਹੋਏ ਨੇ ਲੋਕਾਂ ਦੇ, ਤੇ ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਸੂਬਾ ਵੀ ਨਹੀਂ ਦਿੱਤਾ ਗਿਆ। ਸਾਨੂੰ ਸੂਬੇ ਲਈ ਲੜਨਾ ਪਿਆ, ਪੰਜਾਬੀ ਸੂਬਾ ਮੋਰਚਾ ਲਾਉਣਾ ਪਿਆ, ਤੇ 66 ਵਿੱਚ ਸਾਨੂੰ ਲੰਗੜਾ ਪੰਜਾਬ ਰਾਜਧਾਨੀ ਹਰਿਆਣੇ ਨੂੰ ਦੇਤੀ। ਜਿਹੜੇ ਮੰਗਦੇ ਵੀ ਨਹੀਂ ਸੀਗੇ, ਜਿਨ੍ਹਾਂ ਨੇ ਸੂਬਾ ਨਹੀਂ ਸੀ ਮੰਗਿਆ, ਉਹਨਾਂ ਨੂੰ ਸਾਡਾ ਰਾਜਧਾਨੀ ਵੰਡ ਦਿੱਤੀ। ਬੈਰੀਅਰ ਤੋਂ ਪਰਲੇ ਪਾਸੇ ਸਾਰੀ ਅੰਬਾਲਾ ਤਹਿਸੀਲ, ਮੇਰਾ ਖਿਆਲ ਆ ਪਰੇ ਲੰਬੀ ਤੱਕ ਨਾਲ ਬਾਰਡਰ ਦੇ ਸਾਰੇ ਪੰਜਾਬੀ ਬੋਲਦੇ ਇਲਾਕੇ ਚੱਕ ਕੇ ਹਰਿਆਣੇ ਨੂੰ ਦੇ ਦਿੱਤੇ। ਪਠਾਨਕੋਟ ਵਾਲੇ ਪਾਸੋਂ ਕੱਟ ਦਿੱਤਾ, ਜਿੱਥੋਂ ਕੱਟ ਕੇ ਛੋਟਾ ਕਰ ਸਕਦੇ ਸੀ ਕਿ ਪੰਜਾਬ ਕਿਤੇ ਦਿੱਲੀ ਵਾਲੇ ਪਾਸੇ ਨੂੰ ਇਹਦੇ ਬਾਰਡਰ ਨਾਲ ਲੱਗ ਜਾਣ। ਪੰਜਾਬੀ ਤਾਂ ਸਾਰੇ ਹੀ ਬੋਲਦੇ ਸੀ ਉਸ ਵਕਤ, ਲੇਕਿਨ ਸ਼ਰਾਰਤ ਨਾਲ ਸਾਡਾ ਸੂਬਾ ਜਿਹੜਾ ਸੀਗਾ ਉਹਨੂੰ ਛੋਟਾ ਕਰ ਦਿੱਤਾ। ਉਸ ਤੋਂ ਬਾਅਦ ਉਸ ਵਕਤ ਦੇ ਪ੍ਰਾਈਮ ਮਿਨਿਸਟਰ ਨੇ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਸੀਗਾ ਉਹਦਾ ਇੱਕ 78 ਧਾਰਾ ਵਰਤ ਕੇ ਸਾਡੇ ਕੋਲ ਸਾਡਾ ਪਾਣੀ ਖੋਹ ਲਿਆ ਵਾ। ਇੱਕੋ ਹੀ ਚੀਜ਼ ਪੰਜਾਬ ਦੇ ਕੋਲ ਕੁਦਰਤੀ ਸਰੋਤ ਹੈ, ਪਾਣੀ। ਨਾ ਕੋਲਾ, ਨਾ ਸੋਨਾ, ਨਾ ਕੋਈ ਹੋਰ, ਨਾ ਬੰਦਰਗਾਹ, ਲੈਂਡ ਲੌਕਡ। ਆਪਾਂ ਪੰਜਾਬ ਪਾਕਿਸਤਾਨ ਦੇ ਬਾਰਡਰ ਦੇ ਨਾਲ ਲੌਕਡ ਆ, ਕੁਛ ਨਹੀਂ ਸਾਡੇ ਕੋਲ, ਸਿਰਫ ਪਾਣੀ ਦੇ ਆਧਾਰ ਤੇ ਖੇਤੀ। ਸਾਡੇ ਦਰਿਆਈ ਪਾਣੀ ਚੱਕ ਕੇ ਰਾਜਸਥਾਨ ਨੂੰ, ਹਰਿਆਣੇ ਤੇ ਦਿੱਲੀ ਨੂੰ ਦਿੱਤੇ ਆਪੇ ਹੀ। ਉਹ ਕੀ ਯੂਨੀਲੈਟਰਲ ਅਵਾਰਡਸ ਬਣਾ ਕੇ ਦਿੱਲੀ 'ਚ ਬੈਠ ਕੇ ਹੀ ਪਾਣੀ ਸਾਡਾ ਖੋਹ ਕੇ ਲੈ ਗਏ ਨੇ। ਉਸ ਤੋਂ ਬਾਅਦ ਜੋ ਕੁਛ ਹੋਇਆ, ਤਾਜ਼ਾ ਤਾਂ ਬੱਚੇ ਵੀ ਜਾਣਦੇ ਨੇ, ਦਰਬਾਰ ਸਾਹਿਬ ਤੇ ਹਮਲਾ, ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ 34-35 ਸਾਲ ਹੋ ਗਏ ਨੇ, ਅੱਜ ਤੱਕ ਹਲੇ ਤੱਕ ਇਹਨਾਂ ਨੂੰ ਗੁਨਾਹਗਾਰ ਨਹੀਂ ਲੱਭੇ ਮੇਰੇ ਵੀਰੋ, ਗੁਨਾਹਗਾਰ ਨਹੀਂ ਲੱਭੇ, ਦੋਸ਼ੀ ਨਹੀਂ ਲੱਭੇ। ਇਹਦੇ ਨਾਲ ਸ਼ਰਮਨਾਕ ਗੱਲ ਮੇਰਾ ਖਿਆਲ ਨਹੀਂ ਹੋ ਸਕਦੀ। ਇਹ ਵਿਤਕਰੇ ਦੀ ਦਾਸਤਾਨ ਲਗਾਤਾਰ ਪੰਜਾਬ ਦੇ ਨਾਲ ਚੱਲ ਰਹੀ, ਤੇ ਆਹ ਜਿਹੜੇ ਖੇਤੀ ਦੇ ਬਿੱਲ ਨੇ, ਤੁਹਾਡਾ ਕੀ ਖਿਆਲ ਹੈ ਕਿ ਇਹ ਤਾਂ ਟੁਕਦੇ ਹੀ ਕਿਤੇ ਹੋਰ ਨਹੀਂਗੇ? ਇਹ ਸਹੀ ਮਾਇਨਿਆਂ ਵਿੱਚ ਟੁਕਦੇ ਹੀ ਪੰਜਾਬ ਦੇ ਉੱਤੇ ਨੇ, ਕਿਉਂਕਿ ਮਿਨੀਮਮ ਸਪੋਰਟ ਪ੍ਰਾਈਸ ਦੀ ਪ੍ਰਣਾਲੀ ਪੰਜਾਬ ਹਰਿਆਣਾ ਤੇ ਥੋੜੇ ਜਿਹੇ ਯੂਪੀ ਦੇ ਹਿੱਸੇ ਵਿੱਚ ਆ, ਬਾਕੀ ਤਾਂ ਕਿਤੇ ਹੈ ਹੀ ਨਹੀਂ ਗੀ। ਬਾਕੀ ਤਾਂ ਬੈਠੇ ਨੇ ਵਿਚਾਰੇ ਆਪਣਾ ਜਿਹੜਾ ਮੰਨ ਕੇ ਕਿ ਇਸ ਦੇਸ਼ ਵਿੱਚ ਸਾਡਾ ਕੁਝ ਨਹੀਂ ਬਣਨਾ। ਮੈਨੂੰ ਯਾਦ ਹੈ, ਮੈਂ ਲੀਡਰ ਆਫ ਆਪੋਜੀਸ਼ਨ ਸੀਗਾ, ਮੈਂ ਨਾ ਦਿੱਲੀ ਚਲੇ ਗਿਆ, ਜਥੇਦਾਰ ਜੀ ਦਾਦੂਵਾਲ ਸਾਹਿਬ, ਮੈਂ ਦਿੱਲੀ ਗਿਆ ਤੇ ਉੱਥੇ ਨਾ ਤਾਮਿਲਨਾਡੂ ਤੋਂ ਕਿਸਾਨ ਜੰਤਰ ਮੰਤਰ ਦੇ ਬੈਠੇ ਨਾ ਕਰ ਰਹੇ ਸੀ ਵਿਚਾਰੇ ਰੋਸ ਪ੍ਰਚਾਰ, ਤੇ ਮੈਂ ਉਹਨਾਂ ਦਾ ਨਾ ਸੁਣਿਆ ਦੇਖਿਆ ਸੀਗਾ। ਮੈਂ ਕਿਹਾ ਨਾ ਉਹਨਾਂ ਨੂੰ ਮਿਲ ਕੇ ਆਉਣਾ ਸੀ। ਮੈਂ ਗਿਆ ਤੇ ਐਡੇ ਗੁਰਬੇ ਗਰੀਬ ਛੋਟੇ ਜਿਹੇ ਕੱਦ, ਔਰਤਾਂ ਵੀ ਮਸੀ ਕੱਪੜਾ ਸੀਗਾ ਉਹਨਾਂ ਦੇ ਕੋਲ ਆਪਣਾ ਤਨ ਢੱਕਣ ਵਾਸਤੇ, ਬਹੁਤ ਗਰੀਬ। ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਸਾਡੇ ਤਾਮਿਲਨਾਡੂ ਦੇ ਕੁਝ ਬਲਾਕਸ ਵਿੱਚ ਨਾ ਸੋਕੇ ਦੇ ਕਰਕੇ ਸਾਡਾ ਜਿਹੜਾ ਹੈਗਾ ਭੁੱਖਮਰੀ ਪੈ ਗਈ ਹੈ, ਤੇ ਸਾਡੇ ਤੇ ਕਰਜ਼ਾ ਬਹੁਤ ਚੜ ਗਿਆ, ਤੇ ਸਾਡੇ ਆਤਮ ਹੱਤਿਆਵਾਂ ਤੇ ਸਾਡੇ ਮੌਤਾਂ ਬਹੁਤ ਹੋਈਆਂ, ਤੇ ਆਪਣੇ ਜਿਹੜੇ ਉਹਨਾਂ ਦੇ ਬੰਦੇ ਮਰੇ ਸੀ ਨਾ ਪਰਿਵਾਰਾਂ ਦੇ, ਖੋਪੜੀਆਂ ਰੱਖ ਕੇ ਬੈਠੇ ਸੀ ਯਾਰ, ਖੋਪੜੀਆਂ ਰੱਖ ਕੇ। ਤੇ 1.5-2 ਕਿਲੋਮੀਟਰ ਦੇ ਦੂਰ ਇਸ ਦੇਸ਼ ਦਾ ਤਖਤ ਦਾ ਪ੍ਰਧਾਨ ਮੰਤਰੀ ਦਾ ਦਫ਼ਤਰ, ਰੋਜ਼ ਲੰਘਦੇ ਉੱਥੋਂ ਹੂਟਰ ਮਾਰ ਕੇ ਉਹਨਾਂ ਗਰੀਬਾਂ ਨੂੰ। ਔਰ ਉਹਨਾਂ ਨੇ ਬੜੀ ਅੱਛੀ ਗੱਲ ਕਹੀ, ਕਹਿੰਦੇ ਸਰਦਾਰ ਸਾਹਿਬ, ਜ਼ੁਬਾਨ ਨਹੀਂ ਸਮਝ ਆਉਂਦੀ, ਕਹਿੰਦੇ ਸਰਦਾਰ ਸਾਹਿਬ ਜੇ ਬੰਗਲਾ ਸਾਹਿਬ ਗੁਰਦੁਆਰਾ ਨਾ ਇੱਥੇ ਹੁੰਦਾ, ਅਸੀਂ ਉੱਦਾਂ ਹੀ ਭੁੱਖੇ ਮਰ ਜਾਣਾ ਸੀ ਦਿੱਲੀ ਜਾਣ ਕੇ। ਇਹ ਸਾਨੂੰ ਟਾਰਗੇਟ ਕੀਤਾ ਗਿਆ ਵਾ, ਲੱਕ ਤੋੜ ਰਹੇ ਨੇ ਕਿ ਉਹਨਾਂ ਨੂੰ ਪਤਾ ਵਾ। ਮੈਂ ਤੁਹਾਨੂੰ ਫਿਰ ਕਹਿ ਰਿਹਾ ਵਾਂ ਕਿ ਜਿੱਦਣ ਕੋਈ ਗੱਲ ਉੱਠੂਗੀ, ਬਿਗਲ ਵੱਜੇਗਾ, ਇਹ ਵਜਾਉਣਗੇ। ਇਹਨਾਂ ਦਾ ਲੱਕ ਤੋੜ ਦਿਓ ਮੁੜ ਕੇ। ਬਾਕੀ ਤਾਂ ਵਿਚਾਰੇ ਚਲੋ ਮਾਫ ਕਰਨਾ ਚੰਗਾ ਨਹੀਂ ਲੱਗਦਾ, ਉਹ ਗੁਰਬਤ ਦੇ ਮਾਰੇ ਹੋਏ ਨੇ ਬਹੁਤ। ਦੇਸ਼ ਦੇ ਇਲਾਕੇ ਜਿਹੜੇ ਨੇ ਹਲੇ ਉਹਨਾਂ ਦੇ ਕੋਲ ਬੇਸਿਕ ਚੀਜ਼ਾਂ, 2 ਵਕਤ ਦੀ ਰੋਟੀ ਤੋਂ ਆਵਾਜ਼ਾਰ ਨੇ, ਉਹ ਨਹੀਂ ਲੜ ਸਕਦੇ। ਆਪਾਂ ਉਸ ਗੁਰੂ ਸਾਹਿਬਾਨ ਦੀ ਦਿੱਤੀ ਹੋਈ ਸ਼ਕਤੀ ਦੇ ਹਿਸਾਬ ਦੇ ਨਾਲ, ਉਹਨਾਂ ਦੀ ਸਪਿਰਿਟ ਨਾਲ ਆਪਾਂ ਲੜਦੇ ਹਾਂ। ਇਸ ਕਰਕੇ ਇੱਕ ਤਾਂ ਇਹ ਸਮਝ ਲਓ ਕਿ ਤੁਹਾਨੂੰ ਉਹ ਗਿਣ ਮਿੱਥ ਕੇ ਟਾਰਗੇਟ ਕਰਕੇ, ਤੁਹਾਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਕੇ, ਤੁਹਾਨੂੰ ਰਾਜਨੀਤਿਕ ਤੌਰ ਤੇ ਕਮਜ਼ੋਰ ਕਰਕੇ ਤੁਹਾਡੇ ਕੋਲੋਂ ਸ਼ਕਤੀ ਖੋਣਾ ਚਾਹੁੰਦੇ ਨੇ। ਔਰ ਦੂਸਰਾ, ਇਸ ਦੇਸ਼ ਵਿੱਚ ਬਦਕਿਸਮਤੀ ਦੇ ਨਾਲ ਘੱਟ ਗਿਣਤੀਆਂ ਦੇ ਬਹੁਤ ਵੱਡਾ ਹਮਲਾ ਹੋ ਰਿਹਾ ਵਾ। ਉਹਦੇ 'ਚ ਸਿੱਖ, ਮੁਸਲਮਾਨ, ਈਸਾਈ, ਬੋਧੀ, ਜੈਨੀ, ਦਲਿਤਾਂ ਨੂੰ ਵੀ ਉਸੇ ਬ੍ਰੈਕਟ ਵਿੱਚ ਕਰਤਾ। ਔਰ ਉਹਨਾਂ ਦੇ ਖਿਲਾਫ ਫਿਰ ਇੱਕ ਸਾਜ਼ਿਸ਼ ਦੇ ਤਹਿਤ ਜੰਮੂ ਕਸ਼ਮੀਰ ਮੰਗਦੇ ਤਾਂ ਆਜ਼ਾਦੀ ਸੀਗੇ, ਤੇ ਸੂਬੇ ਦੇ 2 ਟੋਟੇ ਕਰਕੇ ਉਹਨਾਂ ਦੇ ਨਾਲ ਝੇਡਾਂ ਕੀਤੀਆਂ ਸਰਕਾਰ ਨੇ, ਸਾਰਾ ਲੌਕ ਕਰਕੇ
ਤੇ ਉਹਨਾਂ ਨੂੰ ਅੰਦਰ ਫੜ ਕੇ ਦੇ ਦਿੱਤਾ, ਫੌਜ ਲਾਤੀ। 6-7 ਲੱਖ ਆਦਮੀ ਫੌਜ ਦਾ ਇਕੱਲੇ ਜੰਮੂ ਕਸ਼ਮੀਰ ਵਿੱਚ ਤੈਨਾਤ ਆ। ਇਸੇ ਆਪਣੀ ਆਵਾਜ਼ ਬੰਦ ਕਰਨ ਦੇ ਵਾਸਤੇ ਇਹ ਸਾਰਾ ਕੁਝ ਹੋ ਰਿਹਾ। ਔਰ ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਵਿੱਚ ਘੱਟ ਗਿਣਤੀਆਂ ਤੇ ਹਮਲੇ ਕੀਤੇ, ਚਾਹੇ ਉਹ ਗੁਜਰਾਤ ਦੇ ਦੰਗੇ ਨੇ, ਗੋਦਰਾ ਕਾਂਡ, ਬੈਸਟ ਬੇਕਰੀ ਕਾਂਡ, 2002 ਦੇ ਦੰਗੇ, ਸਾਰੇ ਹੀ ਬੰਦੇ ਛਡਾ ਲਏ ਯਾਰੋ, ਸਾਰੇ ਹੀ ਛਡਾ ਲਏ ਨੇ। ਤੇ ਜਿਨ੍ਹਾਂ ਨੇ ਇੱਥੇ ਸਿੱਖਾਂ ਦਾ ਕਤਲੇਆਮ ਕੀਤਾ, ਜਾਂ ਹੁਣ ਦਿੱਲੀ ਦੇ ਵਿੱਚ ਹੁਣੇ ਜਦੋਂ ਸ਼ਾਹੀਨ ਬਾਗ ਦਾ ਮੋਰਚਾ ਬੈਠਾ ਸੀ, ਸ਼ਰੇਆਮ ਉੱਥੇ ਦਿੱਲੀ ਦੇ ਵਿੱਚ ਕਤਲੋਗਾਰਤ ਕੀਤੀ ਗਈ, ਮੁਸਲਮਾਨਾਂ ਨੂੰ ਫਿਰ ਟਾਰਗੇਟ ਬਣਾਇਆ ਗਿਆ। ਉਹਨਾਂ ਦੇ ਦੋਸ਼ੀ ਨਹੀਂ ਲੱਭੇ ਇਹਨਾਂ ਨੂੰ ਹਲੇ ਅੱਜ ਤੱਕ। ਇਸ ਕਰਕੇ ਦੂਸਰਾ ਪੜਾਅ ਜਿਹੜਾ ਮੈਂ ਸਮਝਦਾ ਕਿ ਆਪਣੇ ਨਾਲ ਜਿਹੜਾ ਵਿਤਕਰਾ ਹੈਗਾ ਉਹ ਇਸ ਤਰ੍ਹਾਂ ਮਿੱਥ ਕੇ ਕੀਤਾ ਜਾ ਰਿਹਾ। ਹੁਣ ਆ ਗਈ ਗੱਲ ਕਿਸਾਨ ਜਥੇਬੰਦੀਆਂ ਕੱਲ੍ਹ ਗਈਆਂ ਸੀ, ਮੈਂ ਉਹਨਾਂ ਦਾ ਮੁਦਈ ਹਾਂ ਔਰ ਮੈਂ ਸਾਰਿਆਂ ਦੀ ਰਿਸਪੈਕਟ ਕਰਦਾ ਵਾਂ, ਪਰ ਮੈਂ ਇੱਕ ਸਿਰਫ ਤੁਹਾਨੂੰ ਅਲਾਰਮ ਸਿਗਨਲ ਦੇਣਾ ਚਾਹੁੰਦਾ ਵਾਂ ਕਿ ਇੱਕ ਵਾਰ ਨਾ ਫਿਰ ਝਾਤ ਮਾਰੋ ਸਾਡੇ ਨਾਲ ਕਿੰਨੀਆਂ ਬੇਈਮਾਨੀਆਂ ਹੋਈਆਂ, ਕੀ ਤੁਹਾਨੂੰ ਇਹ ਇਨਸਾਫ ਦੇਣਗੇ। ਪਹਿਲੀ ਗੱਲ ਤਾਂ ਦੇਖੋ ਉੱਥੇ ਅਫਸਰ ਬਿਠਾਇਆ ਸੀਗਾ, ਪੰਜਾਬ 'ਚੋਂ ਹਜ਼ਾਰਾਂ ਲੱਖਾਂ ਦੀ ਤਾਦਾਦ ਨੂੰ ਰਿਪਰੈਜ਼ੈਂਟ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਕਹਿਣ ਤੇ ਚਲੇ ਗਈਆਂ ਕਿ ਚਲੋ ਕੋਈ ਗੱਲ ਨਹੀਂ, ਸਾਨੂੰ ਸੱਦਿਆ। ਪੀਸਫੁਲ ਐਜੀਟੇਸ਼ਨ ਦੇ ਮਾਹਰ, ਉਹਨੂੰ ਲੀਡ ਕਰਨ ਵਾਲੇ ਲੋਕ ਕਿੱਡੇ ਸਾਦੇ ਲੋਕ ਨੇ, ਉਹਨਾਂ ਦੇ ਕਹਿਣ ਤੇ ਉੱਥੇ ਚਲੇ ਗਏ। ਉੱਥੇ ਮੰਤਰੀ ਜੀ ਬੈਠੇ ਸੀ ਵੀਡੀਓ ਦੇ ਉੱਤੇ, ਉਹਨੂੰ ਲੈਕਚਰ ਕਰਕੇ ਆਪ ਭੱਜ ਗਿਆ ਉੱਥੋਂ, ਤੋਹੀਨ ਕੀਤੀ ਸਾਡੀ ਉਹਨਾਂ ਨੇ। ਔਰ ਫਿਰ ਮੈਂ ਕਹਿਣਾ ਚਾਹੁੰਦਾ ਇਤਿਹਾਸ ਗਵਾਹ ਵਾ, ਹੁਣੇ ਤਾਜ਼ਾ ਕੰਟੈਂਪਰੇਰੀ ਹਿਸਟਰੀ, ਰਾਜੀਵ ਲੌਂਗੋਵਾਲ ਪ੍ਰਾਈਮ ਮਿਨਿਸਟਰ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ 1985 ਲਿਖਤੀ ਸਮਝੌਤਾ ਕੀਤਾ ਹੋਇਆ ਵਾ। ਚੰਡੀਗੜ੍ਹ ਦੀ ਟਰਾਂਸਫਰ ਦੀ ਡੇਟ ਲਿਖੀ ਹੋਈ ਸੀਗੀ, ਪਾਣੀਆਂ ਦਾ, ਭਾਸ਼ਾ ਦਾ, ਸਭ ਕੁਝ ਜ਼ਿਕਰ ਹੈ ਉਹਦੇ ਵਿੱਚ। ਮੁੱਕਰ ਗਏ, ਮਰੇ ਤੇ ਮੁੱਕਰੇ ਦਾ ਕਹਿੰਦੇ ਕੁਝ ਨਹੀਂ ਹੁੰਦਾ। ਉਸ ਤੋਂ ਪਹਿਲਾਂ ਲਗਭਗ ਉਸੇ ਟਾਈਮ ਲਾਲਡੇਂਗਾ ਮਿਜ਼ੋਰਾਮ ਦੀ ਆਜ਼ਾਦੀ ਮੰਗ ਰਿਹਾ ਸੀ ਬਹੁਤ ਜ਼ੋਰ ਨਾਲ, ਬੜੀ ਵੱਡੀ ਲਹਿਰ ਉੱਠੀ, ਔਰ ਮਿਜ਼ੋ ਨੈਸ਼ਨਲ ਫਰੰਟ ਉਹਦੀ ਇੱਕ ਬੜੀ ਮੂਵਮੈਂਟ ਸੀ ਤਕੜੀ। ਇਹਨਾਂ ਨੇ ਲਾਲਡੰਗੇ ਨੂੰ ਝਾਂਸਾ ਦੇ ਕੇ ਹੇਰਾ ਫੇਰੀ ਕਰਕੇ ਉਹਦਾ ਸਿਆਸੀ ਕਤਲ ਕੀਤਾ ਮੇਰੇ ਵੀਰੋ। ਉਹ ਪਰਲੇ ਪਾਸੇ ਵੈਸਟ ਬੰਗਾਲ ਦੇ ਵਿੱਚ ਗੋਰਖਾਲੈਂਡ ਦੀ ਮੰਗ ਕਰ ਰਿਹਾ ਸੀ ਸੁਭਾਸ਼ ਸਿੰਘ, ਉਹਨੂੰ ਇਹਨਾਂ ਨੇ ਏਡੀ ਚਤੁਰਾਈ ਦੇ ਨਾਲ ਮੰਗਦਾ, ਗੋਰਖਾਲੈਂਡ ਸੈਪਰੇਟ ਸਟੇਟ ਸੀਗਾ ਵੈਸਟ ਬੰਗਾਲ ਤੋਂ, ਉਹਨੂੰ ਇੱਕ ਛੋਟੀ ਜੀ ਗੋਰਖਾ ਹਿੱਲ ਕਾਉਂਸਲ ਦੇ ਕੇ ਬਣਾ ਕੇ ਉਹਦਾ ਚੇਅਰਮੈਨ, ਉਹਦਾ ਸਿਆਸੀ ਕਤਲ ਕਰਾਇਆ। ਅਸਾਮ ਗਣ ਪਰਿਸ਼ਦ, ਇੱਕ ਨੌਜਵਾਨਾਂ ਦੀ ਮੂਵਮੈਂਟ ਉੱਠੀ ਅਸਾਮ ਦੇ ਵਿੱਚ। ਸਾਰੀਆਂ 80 ਦੇ ਦਹਾਕੇ ਦੀਆਂ ਗੱਲਾਂ ਦੱਸ ਰਿਹਾ, ਉਹਨਾਂ ਵਿਚਾਰਿਆਂ ਨੂੰ ਉਲਝਾ ਕੇ ਪੁਚਲਾ ਕੇ ਉਹਨਾਂ ਨੂੰ ਲਿਖਤੀ ਸਮਝੌਤਾ ਕਰਕੇ ਉਸ ਪ੍ਰਫੁੱਲ ਕੁਮਾਰ ਮੋਹੰਤਾ ਉਹਨਾਂ ਦਾ ਆਗੂ ਸੀਗਾ, ਉਹਦੀ ਸਿਆਸੀ ਕਤਲ ਕੀਤਾ ਮੇਰੇ ਵੀਰ। ਇੱਕ ਨਹੀਂ ਅਨੇਕ, ਮਾਸਟਰ ਤਾਰਾ ਸਿੰਘ ਔਰ ਜਵਾਹਰ ਲਾਲ ਨਹਿਰੂ ਦਾ ਇੱਕ ਲਿਖਤੀ ਸਮਝੌਤਾ ਹੋਇਆ 1959 ਦੇ ਵਿੱਚ, ਬਕਾਇਦਾ ਦਿੱਲੀ, ਔਰ ਇਤਿਹਾਸ ਵਿੱਚ ਦਰਜ ਆ, ਮੁੱਕਰ ਗਏ ਉਸ ਤੋਂ ਬਾਅਦ। ਇਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਾਣਾ ਚਾਹੀਦਾ, ਸਾਨੂੰ ਗੱਲ ਤੋਂ ਪਰੇ ਨਹੀਂ ਹੋਣਾ ਚਾਹੀਦਾ, ਕਿ ਉਹ ਡਾਇਲੌਗ ਪੀਸਫੁਲ ਤਰੀਕੇ ਨਾਲ ਕਰਨ ਤੋਂ ਕਦੀ ਮੁਨਕਰ ਨਹੀਂ ਹੋਣਾ ਚਾਹੀਦਾ। ਪਰ ਬੰਦੇ ਬੜੇ ਵੱਡੇ ਬੇਈਮਾਨ ਨੇ ਮੇਰੇ, ਔਰ ਜਿਹੜੇ ਲੋਕ ਜਾਣਗੇ ਅੱਗੇ ਉਹਨਾਂ ਦਾ ਸਿਆਸੀ ਕਤਲ ਕਰਾਉਣਗੇ। ਇਹ ਇੱਦਾਂ ਦੀਆਂ ਚੀਜ਼ਾਂ ਲਿਖ ਦੇਣਗੇ, ਇੱਦਾਂ ਦੀਆਂ ਗੁੰਝਲਾਂ ਪਾ ਦੇਣਗੇ, ਉਹਦਾ ਕੋਈ ਹੱਲ ਹੀ ਨਹੀਂ। ਕਿਉਂਕਿ ਇਸ ਦੇਸ਼ ਦੇ ਹਾਕਮਾਂ ਨੂੰ ਇਨਸਾਫ ਦੇਣ ਦੀ ਆਦਤ ਨਹੀਂ ਗੀ, ਔਰ ਕੋਈ ਵੀ ਗੱਲ ਫਰਾਖ ਦਿਲੀ ਨਾ ਕਰਨ ਦੀ ਤਾਂ ਬਿਲਕੁਲ ਆਦਤ ਨਹੀਂ ਗੀ। ਇਹ ਮਿੰਗਣਾ ਪਾ ਕੇ ਇਲਾਜ ਕਰਦੇ ਨੇ, ਮਿੰਗਣ ਪਾਤੀ, ਇੱਕ ਪਾਤੀ, ਦੋ ਪਾਤੀ, ਤਿੰਨ ਪਾਤੀਆਂ। ਇਸ ਲਈ ਮੇਰੀ ਉਹਨਾਂ ਨੂੰ ਅਪੀਲ ਹੈ ਕਿ ਅਗਲੀ ਵਾਰ ਕਿਸਾਨ ਜਥੇਬੰਦੀਆਂ ਨੂੰ ਹੋਕਾ ਦੇਣ ਕਿ ਆਓ ਸਾਡੇ ਨਾਲ ਗੱਲ ਕਰੋ। ਮੈਂ ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਅਪੀਲ ਹੈ ਕਿ ਉਹਨਾਂ ਨੂੰ ਇੱਥੇ ਸੱਦੋ, ਪੰਜਾਬ ਦੇ ਵਿੱਚ ਕਹੋ ਇੱਥੇ ਸਾਡੇ ਨਾਲ ਬੈਠ ਕੇ ਇੱਥੇ ਤਰੀਕੇ ਨਾਲ ਸਾਡੇ ਨਾਲ ਤੁਸੀਂ ਗੱਲ ਕਰੋ। ਔਰ ਕੱਲੀ ਯਾਰ MSP ਦੀ ਲੜਾਈ ਨਹੀਂ ਗੀ ਮੇਰੇ ਵੀਰੋ, 1 ਲੱਖ ਕਰੋੜ ਦੇ ਕਰਜ਼ਈ ਆ ਆਪਾਂ ਕਿਸਾਨ, ਰੋਜ਼ ਆਤਮ ਹੱਤਿਆ ਹੋ ਰਹੀਆਂ, ਟੱਬਰਾਂ ਦੇ ਟੱਬਰ ਮਰ ਗਏ ਨੇ। ਕਿ MSP ਦੀ ਗੱਲ ਹੋ ਗਈ, ਮੈਂ ਦੀਪ ਸਿੱਧੂ ਦੀ ਗੱਲ ਦੀ ਤਾਈਦ ਕਰਦਾ। ਮੈਂ ਪਰਸੋਂ ਚੌਥ ਦੀ ਤਕਰੀਰ ਸੁਣੀ, ਬੜੀ ਸਾਦੀਆਂ ਜਿਹੀ ਗੱਲਾਂ, ਲੋ ਟੋਨ, ਬਹੁਤ ਹਾਈ ਪਿਚ ਆਵਾਜ਼ 'ਚ ਨਹੀਂ। ਇਹਨੇ ਕਿਹਾ ਸਭ ਕੁਝ ਸਾਡੀ ਧਰਤੀ ਦੇ ਵਿੱਚ ਪਿਆ ਵਾ, ਸਾਡੀਆਂ ਮੰਗਾਂ ਕੱਲੀ MSP ਨਾਲ ਥੋੜ੍ਹਾ ਖਤਮ ਹੋ ਜੂਗੀ। MSP ਲਾ ਦੇਣਗੇ, 2-3 ਸਾਲ ਬਾਅਦ ਮੁੜ ਕੇ ਚੱਕ ਦੇਣਗੇ, ਕਿਉਂਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ 3.5-4 ਲੱਖ ਕਰੋੜ ਰੁਪਏ ਦੀ ਘਾਟੇ ਦੀ ਉਹਨਾਂ ਦੀ ਹੈ, ਤਾਂ ਹੀ ਉਹ ਪ੍ਰਾਈਵੇਟ ਸੈਕਟਰ ਨੂੰ ਇਸ ਐਗਰੀਕਲਚਰ ਵਿੱਚ ਪ੍ਰੋਕਿਉਰਮੈਂਟ 'ਚ ਵੜਨ ਲੱਗੇ ਨੇ। 2-3 ਸਾਲ ਕਰਕੇ ਆਪਾਂ ਰੋਜ਼-ਰੋਜ਼ ਸੰਘਰਸ਼ ਕਰਾਂਗੇ, ਰੋਜ਼-ਰੋਜ਼ ਧਰਨਿਆਂ ਤੇ ਬੈਠਾਂਗੇ, ਮੁੜ ਕੇ ਮੁੱਕਰ ਜਾਣਗੇ ਜਿੱਦਾਂ ਬਾਕੀਆਂ ਗੱਲਾਂ ਤੋਂ ਮੁੱਕਰੇ ਨੇ ਮੇਰੇ ਵੀਰੋ। ਅੱਜ ਚਲੋ ਕਿਸਾਨੀ ਤੱਕ ਹੀ ਸੀਮਤ ਰੱਖ ਲਈਏ ਇਸ ਸੰਘਰਸ਼ ਨੂੰ, ਤੇ ਕਿਸਾਨਾਂ ਨੂੰ ਜਿਹੜਾ ਅਸਲ ਮਸਲਾ ਵਾ, ਪੰਜਾਬ ਦੇ ਲੋਕ ਝੋਨਾ ਲਾ ਕੇ ਖੁਸ਼ ਨਹੀਂ ਗਏ, ਐਵੇਂ ਗਲਤਫਹਿਮੀ ਆ ਮੋਦੀ ਸਾਹਿਬ ਤੁਹਾਨੂੰ। ਸਾਨੂੰ ਝੋਨੇ ਨੇ ਮਰਵਾਇਆ ਵਾ, ਦਰਿਆਈ ਪਾਣੀ ਚੱਕ ਕੇ ਤੁਸੀਂ ਦੇਤਾ ਦੂਜੇ ਸੂਬਿਆਂ ਨੂੰ। 14.5 ਲੱਖ ਟਿਊਬਵੈੱਲ ਨੇ ਜ਼ਮੀਨ ਤੋਂ ਉਹ ਪੱਧਰ ਤੇ ਪਾਣੀ ਇੰਨੀ ਤੇਜ਼ੀ ਨਾਲ ਕੱਢਿਆ ਕਿ ਉਹ
ਸੈਟੇਲਾਈਟਸ ਨਾਸਾ ਵਰਗੀਆਂ ਜਿਹੜੀਆਂ ਰਿਸਰਚ ਦੀਆਂ ਸੈਟੇਲਾਈਟਸ ਆ, ਉਹਨਾਂ ਨੇ ਪੰਜਾਬ ਦੇ ਗਰਾਊਂਡ ਵਾਟਰ ਨੂੰ ਲਾਲ ਧੱਬੇ ਨਾਲ ਕੀਤਾ ਕਿ ਆ ਤੁਹਾਡਾ ਪਾਣੀ ਇੰਨੇ ਸਮੇਂ 'ਚ ਮੁੱਕ ਜਾਣਾ ਵਾ। ਅਸੀਂ ਝੋਨੇ ਨਾਲ ਸਾਨੂੰ ਕੋਈ ਸ਼ੌਂਕ ਨਹੀਂਗਾ। ਕਣਕ ਤੇ ਝੋਨਾ ਔਸਤਨ 50,000 ਰੁਪਏ ਕਿੱਲਾ ਇੱਕ ਮੁਨਾਫਾ ਦਿੰਦੀ ਹੈ। ਜੇ ਕੇਂਦਰ ਸਰਕਾਰ ਵਾਕਈ ਹੀ ਸੰਜੀਦਾ ਹੈ ਕਿਸਾਨਾਂ ਦੇ ਪ੍ਰਤੀ ਔਰ ਸਾਰੇ ਦੇਸ਼ ਦੇ ਕਿਸਾਨਾਂ ਦੇ ਪ੍ਰਤੀ, ਇਹ ਸਾਨੂੰ ਕਿਸੇ ਹੋਰ ਫਸਲ ਦੇ ਉੱਤੇ ਲਾਉਣ। ਰੋਜ਼ ਕਹਿੰਦੇ ਨਾ ਫਸਲੀ ਚੱਕਰ, ਵਿਭਿੰਨਤਾ ਵਿਭਿੰਨਤਾ ਵਿਭਿੰਨਤਾ। ਕੈਪਟਨ ਸਾਹਿਬ ਦੇ ਪਤਾ ਨਹੀਂ ਮੈਂ ਕਿੰਨੇ ਲਾਰੇ ਸੁਣ ਚੁੱਕਾ ਵਾਂ। ਸਾਨੂੰ 50 55 60 70 ਹਜ਼ਾਰ ਰੁਪਏ ਦੀ ਆਮਦਨ ਵਾਲੀ ਕੋਈ ਫਸਲ ਗੈਰੰਟੀਡ, ਔਰ ਸਭ ਕੁਝ ਹੋ ਸਕਦਾ। ਸਾਰਾ ਮਿਡਲ ਈਸਟ, ਆ ਜਿੰਨੀਆਂ ਸਟੇਟਾਂ ਨੇ, ਅਰਬ ਕੰਟਰੀਆਂ ਭੁੱਖੀਆਂ ਨੇ। ਸਾਰਾ ਰੋਟੀ ਪਾਣੀ ਅਨਾਜ ਇੱਕ ਦਾਣਾ ਨਹੀਂ ਹੁੰਦਾ। ਕਿੱਥੋਂ ਮੰਗਾਉਂਦੇ ਨੇ? ਲੈਟਿਨ ਅਮਰੀਕਾ ਤੋਂ, ਸਾਊਥ ਅਮਰੀਕਾ ਤੋਂ। ਕਿੱਥੋਂ ਮੰਗਾਉਂਦੇ ਨੇ? ਅਫਰੀਕਾ ਤੋਂ। ਈਵਨ ਯੂਰਪ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਅਨਾਜ, ਫਲ, ਸਬਜ਼ੀਆਂ, ਫਰੂਟ ਅਫਰੀਕਾ ਤੇ ਲੈਟਿਨ ਅਮਰੀਕਾ ਤੋਂ ਆਉਂਦੀਆਂ ਨੇ। ਇੱਥੇ ਆਪਾਂ ਕੁਝ ਨਹੀਂ ਕਰ ਸਕੇ ਇੰਨੇ ਸਾਲਾਂ 'ਚ। ਕੈਪਟਨ ਸਾਹਿਬ, ਬਾਦਲ ਸਾਹਿਬ, ਤੁਸੀਂ 60 70 ਸਾਲ ਕਹਿੰਦੇ ਆ ਸਾਡਾ ਤਜਰਬਾ ਵਾ, ਤੁਸੀਂ ਇੱਕ ਫਸਲ ਨਹੀਂ ਲੱਭ ਸਕੇ ਪੰਜਾਬ ਦੇ ਲੋਕਾਂ ਵਾਸਤੇ ਜਿਹੜੀ ਤੁਸੀਂ ਖਰੀਦ ਕੇ ਤੇ ਉਹਨਾਂ ਨੂੰ ਸਹੀ ਮੁੱਲ ਦੇ ਸਕੋ। ਮੇਰੇ ਵੀਰੋ, ਸਵਾਮੀਨਾਥਨ ਕਮੇਟੀ ਦੀ ਰਿਪੋਰਟ ਉਹ ਧੂੜ ਚੱਟਦੀ ਪਈ ਆ ਮਨਮੋਹਨ ਸਿੰਘ ਦੇ ਵੇਲੇ ਤੋਂ ਲੈ ਕੇ ਅੱਜ ਤੱਕ। ਉਹਨੇ ਕੀ ਕਿਹਾ? ਸਿਰਫ 150 ਗੁਣਾ ਸਾਰੀ ਕਾਸਟ ਕੈਲਕੂਲੇਟ ਕਰਕੇ। ਕੀ ਗਲਤ ਕਿਹਾ ਉਹਨੇ? ਕੁਝ ਨਹੀਂ ਗਲਤ ਕਿਹਾ ਮੇਰੇ ਵੀਰੋ, ਵਾਜਬ ਗੱਲ ਕਹੀ ਆ। ਹੁਣੇ ਹੀ ਝੋਨੇ ਦੀ ਲਵਾਈ ਵਿੱਚ 3,500 4,000 ਰੁਪਇਆ ਲੇਬਰ ਦਾ ਖਰਚਾ ਜ਼ਿਆਦਾ ਆ ਗਿਆ। ਕਿਸੇ ਨੇ ਪਾਉਣਾ ਵਾ ਆਪਣੀ ਇਸ MSP ਦੇ ਵਿੱਚ? ਪਾਊਗਾ ਕੋਈ ਸਰਕਾਰ? ਮੈਨੂੰ ਦੱਸੋ। ਮੈਨੂੰ ਰਾਜਪੁਰੇ ਵਾਲੇ ਹੁਣੇ ਕਹਿੰਦੇ ਸੀਗੇ ਮੰਡੀ 'ਚ ਕਿ ਸਾਡੇ ਕੋਲੋਂ ਜੀ 50 ਰੁਪਏ ਕੁਇੰਟਲ ਦਾ ਕੱਟ ਤਾਂ ਅੱਜ ਹੀ ਲੈ ਰਹੇ ਨੇ, ਕਿਉਂਕਿ ਆੜਤੀਆਂ ਨੂੰ ਡਰਿਆ ਕਿ ਇਹ ਜਿਹੜਾ 2.5% ਸਾਡਾ ਕੱਟਿਆ ਜਾਣਾ, ਅਸੀਂ ਪਹਿਲਾਂ ਕਿਸਾਨਾਂ ਦੇ ਨਾਲ ਗਿੱਟ-ਮਿੱਟ ਕਰਕੇ ਸੈਟਲਮੈਂਟ ਕਰਕੇ ਆਪਣਾ ਪੈਸਾ ਤਾਂ ਅਸੀਂ ਜਿਹੜਾ ਸਿਕਿਉਰ ਕਰਾਈਏ ਭਰਾ। ਇਸੇ ਤਰ੍ਹਾਂ ਹੀ ਟਾਈਮ ਬਹੁਤ ਹੋ ਗਿਆ, ਮੈਂ ਬਹੁਤ ਸਾਰੇ ਲੋਕਾਂ ਨੇ ਬੋਲਣਾ, ਮੈਂ ਕਹਿ ਨਹੀਂ ਕੋਈ ਨਹੀਂ। ਦੇਖੋ ਗੱਲ ਇਹ ਆ, ਮੇਰਾ ਇਹ ਮੰਨਣਾ, ਜਿੰਨਾ ਕਿ ਮੈਂ 25 ਸਾਲ ਤਾਂ ਮੈਨੂੰ ਆਪ ਦੇਖਦਿਆਂ ਨੂੰ ਹੋ ਗਏ। ਮੈਨੂੰ ਉਹਦਾ ਸ਼ੌਂਕ ਸੀਗਾ ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀਗਾ। ਸਾਡੇ ਨਾਲ ਇੱਕ ਉਹਨਾਂ ਦਿਨਾਂ 'ਚ ਇਕੱਲੀ ਅੰਗਰੇਜ਼ੀ ਟ੍ਰਿਬਿਊਨ ਆਉਂਦੀ ਹੁੰਦੀ ਸੀਗੀ। ਮੈਂ ਰੋਜ਼ ਲਾਇਬ੍ਰੇਰੀ 'ਚ, ਮੈਂ ਹੋਸਟਲ 'ਚ ਪੜ੍ਹਦਾ ਸੀ, ਮੈਂ ਰੋਜ਼ ਲਾਇਬ੍ਰੇਰੀ ਵਿੱਚ ਜਾ ਕੇ ਅੰਗਰੇਜ਼ੀ ਦੀ ਟ੍ਰਿਬਿਊਨ ਪੜ੍ਹਨੀ। ਮੈਂ ਉਦੋਂ ਤੋਂ 10 ਕੁ ਸਾਲ ਦਾ ਸੀ ਜਦੋਂ ਦਾ ਮੈਂ ਐਮਰਜੈਂਸੀ ਦੇ ਅੱਖਾਂ ਮੇਰੇ ਰੀਲਸ ਪੂਰੀ ਸਾਹਮਣੇ ਆ। ਧਰਮ ਯੁੱਧ ਦਾ ਮੋਰਚਾ, ਇਹ ਸਾਰੇ ਮੋਰਚੇ ਲਗਭਗ, ਕਪੂਰੀ ਦਾ ਮੋਰਚਾ, ਸਭ ਕੁਝ ਨੇੜੇ ਮੇਰੇ ਦਿਮਾਗ ਵਿੱਚ ਇਹ ਸਾਰਾ ਕੁਝ ਯਾਦ ਆ। ਹੁਣ ਸਾਡੇ ਆਗੂ ਜਿਹੜੇ ਨੇ, ਬਦਕਿਸਮਤੀ ਨਾਲ ਮੈਨੂੰ ਕਹਿਣਾ ਪੈਂਦਾ ਕਿ ਆਪਣੇ ਆਗੂ ਕਦੀ ਵੀ ਦੂਰਅੰਦੇਸ਼ ਨਹੀਂ ਸੀਗੇ। ਮਾਸਟਰ ਤਾਰਾ ਸਿੰਘ ਤੋਂ ਲੈ ਕੇ ਬਲਦੇਵ ਸਿੰਘ ਤੋਂ ਲੈ ਕੇ, ਉਹਨਾਂ ਨੂੰ ਕੋਈ ਆਪਣੇ ਲਾਲਚ ਹੋਣਗੇ ਜਾਂ ਉਹਨਾਂ ਦੀ ਕੋਈ ਰਿਸ਼ਤੇਦਾਰੀਆਂ ਹੋਣਗੀਆਂ, ਔਰ ਉਸ ਤੋਂ ਬਾਅਦ ਜਿੰਨੇ ਬਾਅਦ ਵਿੱਚ ਆਏ, ਮੋਰਚੇ ਤਾਂ ਬੜੇ ਲਾਏ, ਸੰਘਰਸ਼ ਤਾਂ ਬੜੇ ਕੀਤੇ। ਆਗੂ ਮੇਰੇ ਵੀਰੋ ਉਹ ਹੁੰਦਾ ਜਿਹੜਾ ਕਿਸੇ ਸੰਘਰਸ਼ ਦਾ ਮੁੜ ਕੇ ਕੋਈ ਸਿੱਟਾ ਕੱਢ ਕੇ ਦਿਖਾਵੇ। ਨੈਲਸਨ ਮੰਡੇਲਾ, ਦੱਖਣੀ ਅਫਰੀਕਾ ਦਾ ਰਾਸ਼ਟਰਪਤੀ, 27 ਸਾਲ ਜੇਲ੍ਹ, ਲਗਾਤਾਰ ਸੰਘਰਸ਼, ਉਦੋਂ ਤੱਕ ਨਹੀਂ ਹਟਿਆ, ਟਸ ਤੋਂ ਮਸ ਨਹੀਂ ਹੋਇਆ ਜਦੋਂ ਤੱਕ ਉਸਨੇ ਆਪਣੇ ਦੇਸ਼ ਨੂੰ ਗੋਰਿਆਂ ਤੋਂ ਆਜ਼ਾਦ ਕਰਾ ਕੇ ਰੰਗ ਭੇਦ ਦੀ ਸਰਕਾਰ ਖਤਮ ਕਰਕੇ 5 ਸਾਲ ਰਾਜ ਕੀਤਾ ਮੇਰੇ ਵੀਰੋ। ਸਿਰਫ 5 ਸਾਲ ਬਾਅਦ ਛੱਡਤਾ। 50 ਸਾਲ ਦੇ ਅਗਲੇ ਆਗੂ ਕਹਿੰਦਾ ਮੈਂ ਬੁੱਢਾ ਹੋ ਗਿਆ, 75 ਦਾ ਸੀਗਾ, 80 ਦਾ ਹੋ ਕੇ ਕਹਿੰਦਾ ਛੱਡਤਾ। ਮਿਸਟਰ ਮੈਬੇਕੀ 50 ਸਾਲ ਦੇ ਪ੍ਰਾਈਮ ਮਿਨਿਸਟਰ ਨੂੰ ਚੁਣ ਕੇ ਤੇ ਆਪ ਰਿਟਾਇਰ ਹੋ ਗਿਆ ਪੋਲਿਟਿਕਸ ਚੋਂ। ਤਾਜ਼ਾ ਦੇਸ਼ਾਂ ਵਿੱਚ ਜਿਹੜਾ ਵੱਡਾ ਪਰਿਵਰਤਨ ਲਿਆਂਦਾ, ਤੁਰਕੀ ਦੀ ਸਟੋਰੀ ਬਹੁਤ ਇੰਪੋਰਟੈਂਟ ਆ। ਮੁਸਤਫਾ ਕਮਾਲ, ਉਹਦਾ ਇੱਕ ਵਾਰੀ ਦੇਖੋ ਪੜ੍ਹ ਕੇ ਕਿੱਦਾਂ ਦੇ ਆਗੂ ਨੇ। ਉਹਨਾਂ ਨੇ ਦੇਸ਼ ਨੂੰ ਫਰਸ਼ ਤੋਂ ਅਰਸ਼ ਤੱਕ ਲੈ ਗਏ ਮੇਰੇ ਵੀਰੋ। ਆ ਦੁਬਈ ਬਹੁਤ ਦੂਰ ਨਹੀਂ, ਆਪਣੇ ਬੱਚੇ ਜਾਂਦੇ ਨੇ। ਅੱਜ ਤੋਂ 20-25 ਸਾਲ ਪਹਿਲਾਂ ਸਾਡੀ ਕਰੰਸੀ ਉੱਥੇ ਹਾਵੀ ਸੀਗੀ, ਹੁਣ ਉਹ ਸਾਡੇ ਨਾਲੋਂ ਕਈ ਗੁਣਾ ਅੱਗੇ ਨੇ। ਲਗਭਗ ਵੈਸਟਰਨ ਮਾਡਲ ਅਮਰੀਕਾ ਦੇ ਬਰਾਬਰ ਦੁਬਈ ਨੂੰ ਉਹ ਚੱਕ ਕੇ ਲੈ ਗਈ। ਇੱਕੋ ਬੰਦਾ, ਇੱਕ ਸ਼ੇਖ ਉੱਥੋਂ ਦਾ, ਉੱਥੇ ਕੋਈ ਵੋਟਾਂ ਦਾ ਰਾਜ ਹੈ ਨਹੀਂਗਾ ਮੇਰੇ ਵੀਰੋ, ਇੱਕ ਆਦਮੀ ਚੱਕ ਕੇ ਲੈ ਗਿਆ ਉੱਥੇ। ਇਹਨਾਂ ਨੂੰ ਕਹਿੰਦੇ ਨੇ ਆਗੂ। ਸਾਡੇ ਤਾਂ ਯਾਰ ਇੱਥੇ ਸੌਦੇ ਹੁੰਦੇ ਨੇ, ਬੇਈਮਾਨੀਆਂ ਕਰਦੇ ਨੇ। ਔਰ ਮੈਂ ਜਿਹੜੀ ਕਹਿ ਰਿਹਾ ਸੀ ਵਿਤਕਰੇ ਦੀ ਨੀਤੀ ਆ ਜਿਹੜੀ, ਉਹਨਾਂ ਨੂੰ ਨਾ ਦਿੱਲੀ ਵਾਲਿਆਂ ਨੂੰ ਸਾਡੇ ਤੇ ਤਸ਼ੱਦਦ ਕਰਨ ਲਈ, ਸਾਡੇ ਤੇ ਜ਼ੁਲਮ ਕਰਨ ਲਈ, ਸਾਡੇ ਤੇ ਬੇਇਨਸਾਫੀ ਕਰਨ ਲਈ ਬੰਦੇ ਚਾਹੀਦੇ ਨੇ। ਉਹ ਸਿੱਧਾ ਨਹੀਂ ਕਰਦੇ, ਆਪਣੇ ਵਿੱਚੋਂ ਹੀ ਬੰਦੇ ਬਕਾਊ ਹੁੰਦੇ ਨੇ ਉਹਨਾਂ ਏਜੰਟਾਂ ਦੇ ਰਾਹੀਂ। ਔਰ ਪੰਜਾਬ ਤੇ ਜੰਮੂ ਕਸ਼ਮੀਰ ਇਹੋ ਜਿਹੀਆਂ ਦੋ ਸਟੇਟਾਂ, ਇੱਥੇ ਕੋਈ ਮੁੱਖ ਮੰਤਰੀ ਇਸੇ ਸਿਸਟਮ ਦੇ ਵਿੱਚ, ਕੋਈ ਮੁੱਖ ਮੰਤਰੀ ਉਹਨਾਂ ਦੀ ਮਰਜ਼ੀ ਤੋਂ ਬਗੈਰ, ਏਜੰਸੀਆਂ ਦੀ ਕਲੀਅਰੈਂਸ ਤੋਂ ਬਗੈਰ ਨਹੀਂ ਬਣ ਸਕਦਾ ਮੇਰੇ ਵੀਰੋ। ਔਰ ਆ ਦੋ ਤਾਜ਼ੇ ਪਰਿਵਾਰ ਜਿਨ੍ਹਾਂ ਨੇ ਮੇਰੇ ਹੁਣ ਵਾਲ ਸਾਰੇ ਚਿੱਟੇ ਹੋ ਗਏ, ਤਕਰੀਬਨ ਬੁੱਢਾ ਹੀ ਹੋਣ ਲੱਗਿਆ ਮੈਂ। ਮੇਰੇ ਦੇਖਦਿਆਂ ਦੋ ਟੱਬਰਾਂ ਨੇ ਪੰਜਾਬ ਦੇ ਵਿੱਚ ਰਾਜ ਕੀਤਾ ਮੇਰੇ ਵੀਰੋ।
ਇਹ ਉਹਨਾਂ ਦੇ ਏਜੰਟ ਨੇ। ਤੁਹਾਡਾ ਕੀ ਖਿਆਲ ਹੈ ਕਿ ਮੋਦੀ ਤੇ ਕਾਂਗਰਸ ਸਰਕਾਰ ਨੂੰ ਪਤਾ ਨਹੀਂ ਸੀਗਾ ਕਿ ਬਾਦਲਾਂ ਨੇ ਕਿੰਨਾ ਭ੍ਰਿਸ਼ਟਾਚਾਰ ਕੀਤਾ ਵਾ, ਕਿੰਨੀਆਂ ਬੱਸਾਂ ਬਣਾਈਆਂ ਨੇ, ਕਿੰਨੇ ਹੋਟਲ ਬਣਾਏ ਨੇ, ਕਿੰਨੀਆਂ ਜਾਇਦਾਦਾਂ ਵਿਦੇਸ਼ਾਂ ਵਿੱਚ ਬਣਾਈਆਂ ਨੇ? ਤੁਹਾਨੂੰ ਕੀ ਲੱਗਦਾ ਮੋਦੀ ਨੂੰ ਅਮਰਿੰਦਰ ਦਾ ਨਹੀਂ ਪਤਾ ਕਿ ਇਹਦੇ ਸਵਿਟਜ਼ਰਲੈਂਡ ਦੇ ਬੈਂਕਾਂ ਵਿੱਚ ਕਿੰਨੇ ਆਫਸ਼ੋਰ ਅਕਾਊਂਟਸ ਨੇ? ਇਹਦੇ ਜਵਾਈ ਨੇ ਸੰਭੋਲੀ ਸ਼ੂਗਰ ਵਿੱਚ 100 ਕਰੋੜ ਰੁਪਏ ਦਾ ਗਮਨ ਕਰਕੇ ਜਿਹੜਾ ਰੱਖਿਆ, ਉਹਨਾਂ ਨੇ ਫਾਈਲ ਬਣਾ ਕੇ ਆਪਣੇ ਕੋਲ ਰੱਖੀ ਹੋਈ ਆ। ਉਹਨਾਂ ਨੂੰ ਸਭ ਨੂੰ ਪਤਾ ਵਾ ਕਿ ਇਸ ਨੇ ਇੱਕ ਪਾਕਿਸਤਾਨ ਦੀ ਔਰਤ ਆਪਣੇ ਘਰ ਵਿੱਚ ਰੱਖਣੀ ਇਹਦੀ ਮਜਬੂਰੀ ਆ। ਇਹਨਾਂ ਦੇ ਰਾਹੀਂ ਆਪਣੇ ਖਿਲਾਫ ਉਹ ਤਸ਼ੱਦਦ ਕਰਾਉਂਦੇ, ਦੇ ਏਜੰਟ ਬਣਦੇ ਨੇ। ਤੁਸੀਂ ਮੈਨੂੰ ਦੱਸੋ, ਬੈਠੇ ਨੇ ਸਾਰੇ ਸਾਡੇ ਸਤਿਕਾਰਯੋਗ ਸੰਪਰਦਾਵਾਂ ਬੈਠੀਆਂ ਸੰਤਾਂ ਦੀ, ਇਹ ਕਦੀ ਹੋ ਸਕਦਾ ਯਾਰ ਕਿ 5 ਸਾਲ ਹੋਣ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਬੰਦੇ ਨਾ ਫੜੇ ਜਾਣ? ਯਾਰ ਪੁਲਿਸ ਦੀ ਵਰਦੀ, ਪੁਲਿਸ ਦੀ ਬੰਦੂਕ, ਪੁਲਿਸ ਦੀ ਗੋਲੀ, ਬਸ ਇਦਾਂ ਹੀ ਕਰੀ ਜਾਂਦੇ। ਕਦੀ CBI ਨੂੰ ਦੇ ਦਿੰਦੇ ਆ, ਕਦੀ SIT ਬਣਾ ਦਿੰਦੇ, ਕਦੀ ਕਮਿਸ਼ਨ ਬਣਾ ਦਿੰਦੇ ਆ, ਕਦੀ ਕਹਿੰਦੇ ਮੈਂ ਲੱਭ ਰਿਹਾ ਵਾਂ, ਕੋਈ ਕਹਿੰਦਾ ਮੈਂ ਦੇਖ ਰਿਹਾ ਵਾਂ, ਕੋਈ ਕਹਿੰਦਾ ਮੈਂ ਸੁਖਬੀਰ ਸਿੰਘ ਬਾਦਲ ਦਾ ਬਿਆਨ ਸੁਣਿਆ, ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ, ਬਹਿਬਲ ਗੋਲੀ ਚਲਾਈ, ਉਹਨਾਂ ਦਾ ਕੱਖ ਨਾ ਰਹੇ। ਲੈ ਵੀ ਆ ਸੈਣੀ ਦੇ ਖਿਲਾਫ ਹੁਣ ਪਰਚਾ ਦਰਜ ਹੋਇਆ। ਸੁਖਬੀਰ ਨੂੰ ਮੈਂ ਇੱਕ ਦਿਨ ਚੁਣੌਤੀ ਦਿੱਤੀ, ਮੈਂ ਕਹੇਂਗਾ ਕਿ ਸੈਣੀ ਤੇਰਾ ਕੱਖ ਨਾ ਰਹੇ, ਨਹੀਂ ਨਾ ਕਹਿ ਸਕਿਆ। ਸੈਣੀ ਕੌਣ ਆ? ਸੈਣੀ ਇੱਕ ਦਮਨ ਦਾ, ਇੱਕ ਜ਼ੁਲਮ ਦਾ ਇੱਕ ਚਿੰਨ੍ਹ ਆ। KPS ਗਿੱਲ, ਸੈਣੀ ਤੇ ਰੁਬੇਰੋ। ਅਕਾਲੀ ਦਲ ਦੀ ਸਰਕਾਰ ਹੋਵੇ, ਅਖਾਉਂਦੀ ਹੋਵੇ ਪੰਥਕ ਸਰਕਾਰ, ਤੇ ਯਾਰੋ ਸਾਰੇ ਅਫਸਰ ਛੱਡ ਕੇ 7 ਅਫਸਰ ਟਪਾ ਕੇ DGP ਸੁਮੇਧ ਸਿੰਘ ਸੈਣੀ ਨੂੰ ਲਾਉਣ, ਜਿਹੜਾ ਚੱਡੇ ਪਾੜਦਾ ਸਾਡੇ ਨੌਜਵਾਨਾਂ ਦੇ, ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸੈਂਕੜੇ ਘਰ ਉਜਾੜ ਦਿੱਤੇ। ਉਹ ਸ਼ਰਮ ਆਉਣੀ ਚਾਹੀਦੀ ਤੁਹਾਨੂੰ, ਓਏ ਸ਼ਰਮ ਆਉਣੀ ਚਾਹੀਦੀ ਤੁਹਾਨੂੰ। ਆ ਕੈਪਟਨ ਸਾਹਿਬ 5 ਸਾਲ ਪੌਣੇ 4 ਸਾਲ ਹੋ ਗਏ ਨੇ, ਮੈਂ ਐਂ ਕਰ ਦੂੰਗਾ, ਮੈਂ ਇਉਂ ਕਰ ਦੂੰਗਾ, ਕੀਤਾ ਕੁਛ? ਦੱਸਿਓ ਮੈਨੂੰ ਜ਼ਰਾ। ਸਵਾਏ ਗੱਲਾਂ ਬਾਤਾਂ ਤੋਂ, ਖੋਖਲੀਆਂ ਗੱਲਾਂ। ਇਹ ਤਾਂ ਉਹਨੂੰ ਫਾਇਦਾ ਪਤਾ ਕਿਹੜੀ ਗੱਲ ਦਾ ਹੋ ਰਿਹਾ। ਆਪਾਂ ਖਿਲਰੇ ਹੋਏ ਆ ਸਾਰੇ, ਕੋਈ ਇੱਧਰ ਪੀਪਣੀ ਵਜਾ ਰਿਹਾ, ਕੋਈ ਇੱਧਰ ਪੀਪਣੀ ਵਜਾ ਰਿਹਾ, ਕੋਈ ਉੱਧਰ ਵਜਾ ਰਿਹਾ। ਜਿੱਦਣ ਪੰਜਾਬ ਦੇ ਲੋਕ, ਆ ਤੁਸੀਂ ਜਿਹੜੇ ਬੈਠੇ ਹੋ ਸਾਰੇ, ਲੀਡਰ ਨਹੀਂ ਕਹਿ ਰਿਹਾ ਮੈਂ ਤੁਹਾਨੂੰ, ਲੀਡਰਾਂ ਨੇ ਆਪੇ ਤੁਹਾਡੇ ਮਗਰ ਇਕੱਠੇ ਹੋ ਜਾਣਾ। ਤੁਹਾਨੂੰ ਮੇਰੀ ਗੱਲ ਸੁਣ ਲਿਓ ਚੰਗੀ ਤਰ੍ਹਾਂ ਨਾਲ। ਜਿੱਦਣ ਤੁਸੀਂ ਸਾਰੇ ਇਕਮੁੱਠ ਹੋ ਕੇ ਇਕੱਠੇ ਹੋ ਗਏ, ਇਹ ਤੁਹਾਡੇ ਪੈਰਾਂ ਵਿੱਚ ਨਾ ਆਣ ਕੇ ਡਿੱਗਣਗੇ ਨਾ, ਤੇ ਦਿੱਲੀ ਦੀ ਸਰਕਾਰ ਵੀ ਤੁਹਾਡੀਆਂ ਹੱਕੀ ਮੰਗਾਂ ਨੇ। ਕਿਉਂਕਿ ਹੁਣ ਆਪਾਂ ਦੇਖੋ ਇਸ ਸਿਸਟਮ ਦੇ ਵਿੱਚ ਰਹਿ ਕੇ ਮੰਗਣਾ ਨਾ ਆਪਣਾ ਸਭ ਕੁਝ। ਹੁਣ ਆਪਾਂ ਜਿਹੜਾ ਗਿਵਨ ਸਿਸਟਮ ਹੈ, ਜਿਹੜਾ ਆਪਾਂ ਨੂੰ ਇੱਕ ਦਾਇਰੇ ਦੇ ਵਿੱਚ ਰੱਖਤਾ ਉਹਨਾਂ ਨੇ ਕਿ ਵੋਟ ਰਾਜ ਦੇ ਵਿੱਚ ਤੁਸੀਂ ਇਸ ਸੰਵਿਧਾਨ ਦੇ ਅੰਦਰ ਚੋਣਾਂ ਲੜ ਕੇ ਆਪਣੀਆਂ ਸਰਕਾਰਾਂ ਬਣਾਉਣੀਆਂ। ਘੱਟੋ ਘੱਟ ਸਰਕਾਰਾਂ ਹੀ ਚੰਗੀਆਂ ਬਣਾ ਲਈਏ ਯਾਰ, ਜਿਹੜੀਆਂ ਸਾਨੂੰ ਹੀ ਨਾ ਮਾਰਨ, ਜਿਹੜੇ ਸਾਡੇ ਬੱਚੇ ਚੱਕ ਕੇ ਆ ਯੂਆਪਾ। ਹੁਣ 47 ਕੇਸ ਦਰਜ ਕੀਤੇ ਨੇ ਅਮਰਿੰਦਰ ਸਿੰਘ ਨੇ। ਉੱਦਾਂ ਕਹਿੰਦੇ ਜੀ CBI ਦੀ ਜਾਂਚ ਜੇ ਕੇਂਦਰ ਲਾਉਂਦਾ ਨਾ, ਫਰਜ਼ ਕਰੋ, ਜਾਂ ਅਸੀਂ ਮੰਗਦੇ ਆ ਸਾਧੂ ਸਿੰਘ ਧਰਮਸੋਟ ਦੀ ਠੱਗੀ 'ਚ, ਅਮਰਿੰਦਰ ਕਹਿੰਦਾ ਮੈਂ ਕਦੀ ਵੀ CBI ਨੂੰ ਜਾਂਚ ਨਹੀਂ ਕਰਨ ਦਊਂਗਾ। ਜੇ 150 ਬੰਦਾ ਸ਼ਰਾਬ ਜਾਲੀ ਪੀ ਕੇ ਮਰ ਗਿਆ, ਪੁੱਛਿਆ ਪੱਤਰਕਾਰਾਂ ਨੇ CBI ਦਾ, ਨਹੀਂ CBI ਦੀ ਜਾਂਚ। ਤੇ ਜਿੰਨੇ ਪਿਛਲੇ ਕੁਝ ਦਿਨਾਂ ਤੋਂ ਯੂਆਪਾ ਦੇ ਮਾਮਲੇ ਦਰਜ ਹੋਏ, ਕਿਉਂਕਿ ਮੈਂ ਤਾਂ ਉਹਦੇ ਤੇ ਘੋਖ ਕੀਤੀ, ਸਾਰੇ ਮਾਮਲੇ ਚੱਕ ਕੇ ਅਮਰਿੰਦਰ ਸਿੰਘ ਕਿਹਨੂੰ ਦੇ ਰਿਹਾ ਵਾ? ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ NIA। ਕੌਣ ਹੈ NIA? ਅਜੀਤ ਡੋਵਾਲ। ਕੌਣ ਹੈ ਡੋਵਾਲ? ਪ੍ਰਾਈਮ ਮਿਨਿਸਟਰ ਦਾ ਨੈਸ਼ਨਲ ਸਿਕਿਉਰਿਟੀ ਹੈ ਐਡਵਾਈਜ਼ਰ। ਤੁਹਾਨੂੰ ਪਤਾ ਵਾ ਕਿ ਅਮਰਿੰਦਰ ਸਿੰਘ DGP ਨਹੀਂ ਲਾ ਸਕਦਾ ਆਪਣਾ, ਮੁੱਖ ਸਕੱਤਰ ਨਹੀਂ ਆਪਣਾ ਲਾ ਸਕਦਾ। ਜਿਹੜਾ DGP ਦਿਨਕਰ ਗੁਪਤਾ, ਫਿਰ 4-5 ਅਫਸਰ ਟਪਾ ਕੇ ਲਾਇਆ, ਇਹ ਅਜੀਤ ਡੋਵਾਲ ਨੇ ਲਗਵਾਇਆ ਵਾ। ਕਿਉਂ ਲਵਾਇਆ ਵਾ? ਕਿਉਂਕਿ ਉਹਨਾਂ ਨੇ, ਕੈਪਟਨ ਸਾਹਿਬ ਨੇ ਕਿੱਥੇ ਰਹਿਣਾ ਵਾ, ਕਿਹਨੂੰ ਰੱਖਣਾ ਵਾ, ਉਹਦੀ ਇਵਜ਼ ਵਿੱਚ। ਫਿਰ ਉਹਦੀ ਘਰਵਾਲੀ ਨੂੰ ਮੁੱਖ ਸਕੱਤਰ ਪੰਜਾਬ, ਫਿਰ ਟਪਾ ਕੇ ਉੱਥੋਂ ਹੁਕਮ ਲੈ ਰਹੇ ਨੇ ਮੇਰੇ ਵੀਰੋ। ਜਦ ਤੱਕ ਇਦਾਂ ਦੇ ਏਜੰਟ ਲੋਕ ਤੁਹਾਡੀਆਂ ਸੰਘਰਸ਼ਾਂ ਦਾ ਤੇ ਤੁਹਾਡੇ ਜੀਵਨ ਦਾ ਸੌਦਾ ਕਰਦੇ ਰਹਿਣਗੇ, ਉਦੋਂ ਤੱਕ ਪੰਜਾਬ ਦੇ ਵਿੱਚ ਛੇਤੀ ਦੇਖ ਕੇ ਕੁਝ ਬਣਨਾ ਨਹੀਂ। ਬਣਨਾ ਤਾਂ ਬੜਾ ਮੁਸ਼ਕਿਲ ਆ, ਮੈਂ ਤੁਹਾਨੂੰ ਕਹਿ ਰਿਹਾ ਵਾਂ। ਮੈਂ ਬਹੁਤ ਕੁਝ ਦੇਖਣ ਤੋਂ ਉਪਰੰਤ ਸਾਰਾ ਕੁਝ ਕਹਿ ਰਿਹਾ, ਪਰ ਫਿਰ ਵੀ ਜਿੱਦਾਂ ਆਪਾਂ ਨੂੰ ਸਿਖਾਇਆ ਗਿਆ ਨਾ ਕਿ ਆਪਾਂ ਨੂੰ ਲੜਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। SGPC ਸਾਡੀ ਸਿਰਮੌਰ ਜਥੇਬੰਦੀ ਜਿਹੜੀ ਇੰਨਾ ਕੁਝ ਕਰ ਸਕਦੀ ਸੀਗੀ, ਪੈਰਲਲ ਗਵਰਨਮੈਂਟ। SGPC ਦਾ ਫਰਜ਼ ਸੀਗਾ ਕਿ ਕਿਸਾਨ ਬੈਠੇ ਨੇ ਆਪਣੇ ਆਪਣੇ ਗੁਰਦੁਆਰੇ 'ਚ, ਕਹਿੰਦੇ ਲੰਗਰ ਪਹੁੰਚਾਓ ਇਹਨਾਂ ਲੋਕਾਂ ਨੂੰ। ਲੰਗਰ ਕਿੱਥੇ ਜਾ ਰਿਹਾ ਵਾ? ਬਾਦਲ ਦੀ ਮਾਰਚ ਕੌਣ ਕੱਢ ਰਿਹਾ? 3 ਫੋਟੋਆਂ ਲਾਈਆਂ, ਹਰਸਿਮਰਤ ਕੌਰ, ਸੁਖਬੀਰ ਤੇ ਵਿਕਰਮ ਮਜੀਠੀਆ, ਤਿੰਨੇ ਕੁਰਸੀਆਂ ਤੇ ਬਹਿ ਕੇ, ਟੈਂਪੂ ਤੇ ਚੜ੍ਹ ਕੇ ਬਹਿ ਗਏ। ਤੇ ਮਗਰ ਗੱਡੀਆਂ ਕਿਹੜੀਆਂ ਨੇ? ਲੈਂਡ ਕਰੂਜ਼ਰ 1.5 ਕਰੋੜ ਦੀ, ਫਲਾਨੀ 70 ਲੱਖ ਦੀ, ਫਲਾਨੀ 75 ਲੱਖ ਦੀ। ਘੱਟੋ ਘੱਟ ਗੱਡੀ ਉੱਥੇ ਫੋਰਚੂਨਰ ਤੇ ਫੋਰਡ ਸੀ 50, 35, 40 ਲੱਖ ਦੀਆਂ ਗੱਡੀਆਂ। ਮਾਰਚ ਇਹਨਾਂ ਦਾ ਖੇਤੀ ਵਾਲਿਆਂ ਦਾ ਮੇਰੇ ਵੀਰੋ। ਰਾਹੁਲ ਗਾਂਧੀ ਆਇਆ, ਹੁਣ ਟਰੈਕਟਰ ਮਾਰਚ ਕੱਢਾਂਗੇ ਜੀ। ਵੀ ਪੰਗਾ ਦਾ ਸਾਡਾ ਦਿੱਲੀ ਆ, ਨੈਸ਼ਨਲ ਆਪੋਜੀਸ਼ਨ ਕਾਂਗਰਸ ਆ। ਤੁਸੀਂ ਪਾਰਲੀਮੈਂਟ ਘੇਰੋ ਨਾ, ਤੁਹਾਡਾ ਪਤਾ ਲੱਗੇ ਕਿ ਤੁਸੀਂ ਕਿਸਾਨਾਂ ਦੇ ਵਾਕਈ ਹਿਤੈਸ਼ੀ ਆ। ਇੱਥੇ 3 ਦਿਨ ਟਰੈਕਟਰਾਂ ਦੇ ਗੇੜਾ ਕੱਢ ਕੇ ਕਿਹਦੇ ਖਿਲਾਫ ਕੱਢ ਰਹੇ ਹੋ? ਤੁਹਾਡੀ ਤਾਂ ਸਰਕਾਰ ਯਾਰ ਇੱਥੇ। ਅਮਰਿੰਦਰ ਤਾਂ ਤੁਹਾਡਾ ਬਣਾਇਆ ਹੋਇਆ, ਇੱਕ ਉੱਥੇ ਬਿਠਾਇਆ ਹੋਇਆ ਵਾ।
19 ਤਰੀਕ ਨੂੰ ਅਸੈਂਬਲੀ ਦਾ ਸੈਸ਼ਨ ਆ, ਉਦਣ ਦੇਖਦੇ ਹਾਂ ਕਿ ਅਮਰਿੰਦਰ ਸਿੰਘ ਕੀ ਕਹਿੰਦੇ ਨੇ। ਕਈ ਵਾਰ ਹੁੰਦਾ ਸਿਰਫ ਚਾਲ ਚੱਲਣੀ, ਕਈ ਵਾਰ ਆਪਣੇ ਲੀਡਰ ਨਾਲ ਇਦਾਂ ਦੀਆਂ ਗੱਲਾਂ ਗੀਟੀਆਂ ਰੇੜ ਦਿੰਦੇ ਨੇ, ਫਿਰ ਲੋਕੀ ਲੱਗੇ ਰਹਿੰਦੇ ਉਹਦੇ ਤੇ, ਲੱਗੇ ਰਹੋ ਲੱਗੇ ਰਹੋ ਲੱਗੇ ਰਹੋ। ਅਸੂਲਨ ਤਾਂ ਗੱਲ ਇਹ ਆ ਕਿ ਜਿਹੜਾ ਪਾਰਲੀਮੈਂਟ ਨੇ ਲਾਅ ਪਾਸ ਕਰਤਾ, ਪ੍ਰੈਜ਼ੀਡੈਂਟ ਨੇ ਸਾਈਨ ਕਰਤਾ, ਇਟ ਹੈਜ਼ ਬਿਕਮ ਅ ਲਾਅ, ਉਹ ਕਾਨੂੰਨ ਬਣ ਚੁੱਕਾ ਵਾ, ਉਹਨੂੰ ਕੋਈ ਅਸੈਂਬਲੀ ਰੱਦ ਨਹੀਂ ਕਰ ਸਕਦੀ। ਪਰ ਇਹਦੀ ਜਾਨ ਦੇਖੀਏ ਮਾੜੀ ਜੀ ਕਿ ਇਹ ਮਤੇ ਰੱਦ ਕਰਦਾ ਉਹਦੇ, ਜੇ ਰੱਦ ਕਰੂਗਾ ਤੇ ਫਿਰ ਮੈਂ ਸਮਝੂੰ ਕਿ ਥੋੜੀ ਜੀ ਜਾਨ ਹਲੇ ਸਹਿਕ ਦੇ ਕੈਪਟਨ ਦੇ ਵਿੱਚ ਹੈਗੀ ਆ। ਤੇ ਜੇ ਇਹਨੇ ਮਤੇ ਰੱਦ ਨਾ ਕੀਤੇ ਤੇ ਐਵੇਂ ਵਿਚਲਾ ਬੁਚਲਾ ਕੋ ਰਾਹ ਲੱਭਿਆ, ਰਾਹ ਤਾਂ ਬਹੁਤ ਨੇ। ਮੋਦੀ ਸਾਹਿਬ ਜੇ ਚਾਹਣ ਆਰਟੀਕਲ 371 ਹੈ ਕੌਨਸਟੀਟਿਊਸ਼ਨ ਦਾ, ਉਹ ਸਾਡੇ ਪੰਜਾਬ ਨੂੰ ਉੱਦਾਂ ਹੀ ਇਹਨਾਂ ਕਾਨੂੰਨਾਂ ਤੋਂ ਛੱਡ ਸਕਦਾ। 370 ਧਾਰਾ ਜੰਮੂ ਕਸ਼ਮੀਰ ਦੇ ਕੋਲ ਸੀਗੀ, ਉਹਦੇ 'ਚ ਇਹ ਸੀਗਾ ਕਿ ਲੋਕ ਸਭਾ ਵਿੱਚ ਜਦੋਂ ਵੀ ਕੋਈ ਬਿੱਲ ਪਾਸ ਹੁੰਦਾ ਸੀ ਜਿਹੜਾ ਉੱਥੇ ਲਾਗੂ ਨਹੀਂ ਹੋਣਾ, ਉੱਤੇ ਲਿਖਿਆ ਜਾਂਦਾ ਸੀਗਾ ਕਿ ਇਹ ਕਾਨੂੰਨ ਜੰਮੂ ਕਸ਼ਮੀਰ ਦੀ ਸਟੇਟ ਦੇ ਉੱਤੇ ਲਾਗੂ ਨਹੀਂ ਕੀਤਾ ਜਾਵੇਗਾ। 371 ਵਿੱਚ 10 ਸਟੇਟਾਂ ਅੱਜ ਵੀ, ਗੁਜਰਾਤ ਮੋਦੀ ਦੀ, ਮਹਾਰਾਸ਼ਟਰ, ਗੋਆ, ਸਿੱਕਿਮ, ਅਸਾਮ ਆਲਰੇਡੀ ਇਹ ਸਹੂਲਤਾਂ ਲੈ ਰਹੇ। ਜੇ ਮੋਦੀ ਚਾਹਵੇ ਤਾਂ 1 ਮਿੰਟ 1 ਕਲਮ ਦਾ ਇੱਦਾਂ 1 ਲਫ਼ਜ਼ ਦਾ ਲਿਖਣਾ, ਸਿਰਫ 1 ਲਾਈਨ ਲਿਖਣੀ ਆ ਕਿ ਅਸੀਂ ਪੰਜਾਬ ਨੂੰ ਇਹਨਾਂ ਕਾਲੇ ਕਾਨੂੰਨਾਂ ਤੋਂ ਐਗਜ਼ੈਂਪਟ ਕਰਤਾ, ਕਿਉਂਕਿ ਲੋਕੀ ਇਸ ਦੇ ਨਾਲ ਸਹਿਮਤ ਨਹੀਂ ਗਏ। ਇਸ ਲਈ ਮੇਰੇ ਵੀਰੋ, ਸਤਿਕਾਰਯੋਗ ਭੈਣੋ ਤੇ ਭਰਾਓ, ਮੈਂ ਤਾਂ ਤੁਹਾਨੂੰ ਸਿਰਫ ਇਹ ਕਹਿਣ ਆਇਆ ਵਾਂ ਕਿ ਇਹਨਾਂ ਦੀ ਨੀਅਤ ਸਾਫ਼ ਨਹੀਂ ਗੀ। ਹੁਣ ਨੀਅਤ ਸਾਫ਼ ਦੀ ਲੜਾਈ ਲੜਨ ਵਾਸਤੇ ਸਾਰਿਆਂ ਨੂੰ ਲਾਮਬੰਦ ਹੋਣਾ ਚਾਹੀਦਾ। ਮੈਂ ਬਿਲਕੁਲ ਛੋਟਾ ਜਿਹਾ ਮੋਹਰਾ ਆਇਆ ਸਾਰੀ ਖੇਡ ਵਿੱਚ, ਨਿੱਕਾ ਜਿਹਾ। ਮੈਂ ਤੁਹਾਨੂੰ ਇੱਥੋਂ ਕਹਿ ਕੇ ਚੱਲਿਆ, ਸਾਹਮਣੇ ਲੱਗੇ ਨੇ ਲੋਕ, ਕਹਿੰਦੇ ਜੀ ਹਉਮੈ ਨਹੀਂ ਛੱਡਦੇ ਜੀ, ਕੁਰਸੀ ਨਹੀਂ ਛੱਡਦੇ। ਲਓ ਤੁਸੀਂ ਪੰਜਾਬ ਦੇ ਲੋਕ ਇਕੱਠੇ ਕਰੋ ਸਾਰੇ ਜਾਣੇ, ਮੈਨੂੰ ਕਤਾਰ ਦੀ ਅਖੀਰਲੇ ਨੰਬਰ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਨੂੰ ਖੜਿਓ। ਮੇਰੀ ਕੋਈ ਇੱਛਾ ਨਹੀਂ ਗੀ, ਨਾ ਮੈਂ ਕੋਈ ਅਹੁਦਾ ਚਾਹਾਂ, ਨਾ ਮੈਂ ਕੋਈ ਕੁਰਸੀ ਚਾਹਾਂ। ਬਾਕੀ ਲੀਡਰਾਂ ਤੋਂ ਵੀ ਕੈਮਰੇ ਦੇ ਉੱਤੇ ਘਵਾਓ ਤੇ ਇਹਨਾਂ ਨੂੰ ਅੱਗੇ ਲੈ ਕੇ ਆਓ। ਰੀਜਨਲ ਪਾਰਟੀ, ਅਖੀਰਲੀ ਗੱਲ ਕਹਿ ਕੇ ਚੱਲਿਆ ਕਿਉਂਕਿ ਬਹੁਤ ਸਾਰੇ ਬੋਲਣਾ ਸਾਰਿਆਂ ਨੇ ਹਲੇ। ਅੱਜ ਪੰਜਾਬ ਦੇ ਵਿੱਚ ਲੋੜ ਕਿਹੜੀ ਚੀਜ਼ ਦੀ ਆ? ਤੁਹਾਨੂੰ ਕੇਂਦਰੀ ਪਾਰਟੀਆਂ ਨਹੀਂ ਬਚਾ ਸਕਦੀਆਂ। ਉਹਨਾਂ ਨੇ ਹਰਿਆਣੇ 'ਚ ਵੀ ਇਲੈਕਸ਼ਨ ਲੜਨੀ ਆ, ਉਹਨੇ ਰਾਜਸਥਾਨ 'ਚ ਵੀ ਲੜਨੀ, ਉਹਨੇ ਦਿੱਲੀ 'ਚ ਵੀ ਲੜਨੀ ਆ, ਉਹਨਾਂ ਨੂੰ ਵੀ ਦੇਖਣਾ, ਉਹਨਾਂ ਨੇ ਵੋਟਾਂ ਵੀ ਦੇਖਣੀਆਂ ਵਾ। ਨਾ ਕਾਂਗਰਸ ਲੜ ਸਕੇ, ਬੀਜੇਪੀ ਨੂੰ ਤਾਂ ਆਪਾਂ ਦੇਖ ਹੀ ਲਿਆ ਵਾ। ਅਕਾਲੀ ਦਲ ਇੱਕ ਬਹੁਤ ਵਾਹਦ ਅੱਛੀ ਪਾਰਟੀ ਸੀਗੀ, ਸਾਡੀ ਮਾਂ ਪਾਰਟੀ ਸੀ, ਸਭ ਨੇ ਇਹਦੇ 'ਚ ਹਿੱਸਾ ਪਾਇਆ, ਸਭ ਨੇ ਧਰਨਿਆਂ ਤੇ ਮੋਰਚਿਆਂ 'ਚ ਲੋਕੀ ਤਾਂ ਮਰ ਗਏ, ਸ਼ਹਾਦਤਾਂ ਦਿੱਤੀਆਂ ਨੇ, ਜੇਲਾਂ ਕੱਟੀਆਂ ਕਿੰਨੀ ਦੇਰ। ਹੁਣੇ ਦੱਸ ਕੇ ਗਏ ਕਿ ਮੈਂ, ਜਥੇਦਾਰ ਸਾਹਿਬ ਬੈਠੇ ਨੇ ਸੰਤ ਜੀ, ਕਿ ਮੈਂ 6 ਸਾਲ ਜੋਧਪੁਰ ਜੇਲ੍ਹ ਕੱਟੀ ਆ। ਆ ਸੁਖਬੀਰ ਕਹਿੰਦਾ ਮੇਰੇ ਪਿਓ ਨੇ ਜੇਲ੍ਹ, ਜਥੇਦਾਰ ਜੀ ਝੂਠ ਬੋਲਦਾ ਇਹ, ਇਹਨੂੰ ਕਹੋ ਮੈਨੂੰ ਗਿਣਾਵੇ ਕਿੰਨੀ ਜੇਲ੍ਹ ਕੱਟੀ ਬਾਦਲ ਨੇ। ਵੱਧ ਤੋਂ ਵੱਧ 2, 2.5, 3 ਸਾਲ ਦੀ ਜੇਲ੍ਹ ਆ, ਔਰ ਉਹ ਵੀ ਰੈਸਟ ਹਾਊਸਾਂ ਵਿੱਚ ਆ। ਇਹਨਾਂ ਨੇ ਕੱਟੀ ਜੋਧਪੁਰ ਦੀ ਕੱਟੜ ਜੇਲ੍ਹ। ਇਹਨਾਂ ਨੂੰ ਰੱਖਦੇ ਸੀ ਮਹਿਫੂਜ਼। ਆ ਕੋਟੀ ਰੈਸਟ ਹਾਊਸ ਆ ਪਠਾਨਕੋਟ ਦੇ ਰਾਜ, ਨਾਲੇ ਉਹਨੂੰ 2 ਮੁਰਗੇ ਦੇ ਦੇਣੇ ਤੇ ਨਾਲ 2-3 ਹੋਰ ਇਹਨੂੰ ਦੇ ਦੇਣੇ ਕਿ ਖੇਡੀ ਚੱਲ ਇੱਥੇ ਤੇ ਸਾਡੀ ਸਪੋਰਟ ਕਰੀ ਚੱਲੀ ਅੰਦਰੋਂ ਖਾਤੇ। ਅੱਜ ਲੋੜ ਹੈ ਖੇਤਰੀ ਪਾਰਟੀ ਦੀ। ਅਕਾਲੀ ਦਲ ਅਗਰ ਆਪਣੇ ਏਜੰਡੇ ਤੋਂ ਨਾ ਭਟਕਦਾ, ਵੱਧ ਅਧਿਕਾਰਾਂ ਦੀ ਗੱਲ ਨਾ ਛੱਡਦਾ, ਆਨੰਦਪੁਰ ਦੇ ਮਤੇ ਦੀ ਗੱਲ ਨਾ ਛੱਡਦਾ। ਆਨੰਦਪੁਰ ਦਾ ਮਤਾ ਕੋਈ ਵੱਖਵਾਦੀ ਮਤਾ ਨਹੀਂ ਸੀਗਾ, ਸਭ ਤੋਂ ਜ਼ਿਆਦਾ ਡੈਮੋਕ੍ਰੈਟਿਕ ਮਤਾ ਸੀਗਾ। ਸਿਰਫ ਮੀਡੀਆ ਨੇ ਉਸ ਵਕਤ, ਸਰਕਾਰ ਨੇ ਉਹਨੂੰ ਬਦਨਾਮ ਕਰਕੇ ਕਹਿਤਾ ਇਹ ਵੱਖਵਾਦੀ ਆ, ਇਹ ਵੱਖਵਾਦੀ। ਯਾਰ ਜਿਹੜਾ ਮਾੜੀ ਜੀ ਯੁਆਪਾ ਦੀ ਗੱਲ ਕਰੇ ਉਹ ਵੱਖਵਾਦੀ, ਜਿਹੜਾ ਮਾੜੀ ਜੀ ਆਪਣੇ ਨੌਜਵਾਨਾਂ ਦੀ ਗੱਲ ਕਰੇ ਖਾਲਿਸਤਾਨੀ। ਇਹਨਾਂ ਨੇ ਸਾਨੂੰ ਨਾ ਡਰਾਉਣ ਦਾ ਚੰਗਾ ਰਾਹ ਲੱਭਿਆ ਹੋਇਆ ਵਾ। ਤੇ ਹਿੰਦੂ ਰਾਸ਼ਟਰ ਦੀ ਗੱਲ ਕਰਨ ਭਾਜਪਾ ਤੇ RSS ਤੇ ਲਿਖਣ ਤੇ ਬੋਲਣ, ਉਹਨਾਂ ਤੇ ਤਾਂ ਕੋਈ ਵੱਖਵਾਦੀ ਦਾ ਕੋਈ ਲੱਗਦਾ ਨਹੀਂ ਗਾ ਫੱਟਾ। ਇਸ ਲਈ ਅੱਜ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਰਿਪਲੇਸ ਕਰਕੇ, ਭਾਵਾਂ ਤਾਂ ਅੱਛਾ ਅਕਾਲੀ ਦਲ ਹੀ ਬਣਾ ਲਓ, ਤੇ ਭਾਵਾਂ ਕੋਈ ਪੰਜਾਬ ਦੀ ਲੋਕਲ ਖੇਤਰੀ ਰੀਜਨਲ ਪਾਰਟੀ ਤਿਆਰ ਕਰੋ ਜਿਹੜੀ ਤੁਹਾਡੇ ਤੇ ਡਟ ਕੇ ਪਹਿਰਾ ਦੇਵੇ, ਜਿਹੜੀ ਕੰਪਰੋਮਾਈਜ਼ ਨਾ ਕਰੇ। ਕੁਝ ਪਾਰਟੀਆਂ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਉਹ ਵੀ ਦਿੱਲੀੋਂ ਚੱਲਦੀਆਂ ਨੇ, ਮਾਫ ਕਰਨਾ। ਉਹ ਯੁਆਪਾ ਤੇ ਨਹੀਂ ਬੋਲੇ, ਉਹ ਸੈਣੀ ਦੇ ਖਿਲਾਫ ਨਹੀਂ ਬੋਲ ਸਕਦੇ, ਕਿਉਂਕਿ ਉਹਨਾਂ ਨੇ ਇੱਕ ਖਾਸ ਵਰਗ ਦੀ ਵੋਟ ਨੂੰ ਵੀ ਟਾਰਗੇਟ ਕਰਨਾ ਵਾ। ਇਸ ਲਈ ਅੱਜ ਪੰਜਾਬ ਦੇ ਵਿੱਚ ਇਹਦਾ ਜਦ ਤੱਕ ਆਪਾਂ ਇਹ ਨਹੀਂ ਚੱਲਾਂਗੇ ਇਸ ਪਾਸੇ ਵੱਲ ਨੂੰ, ਉਨੀ ਦੇਰ ਤੱਕ ਆਪਣੇ ਮਸਲੇ ਲਟਕਦੇ ਬਹੁਤ ਦੇਰ ਰਹਿਣੇ। ਮੈਂ ਤੁਹਾਨੂੰ ਦੱਸ ਦਿੰਦਾ, ਇਹਦੇ ਲਈ ਲੰਬੀ ਲੜਾਈ, ਇਹ ਛੋਟੀ ਲੜਾਈ ਨਾਲ ਮੁੱਕਣਾ ਨਹੀਂ, ਕਿਉਂਕਿ ਬੰਦੇ ਹੀ ਬੜੇ ਬੇਈਮਾਨ ਆ। ਉਹ ਤਾਂ ਲਿਖ ਕੇ ਮੁੱਕਰ ਜਾਂਦੇ। ਜੰਮੂ ਕਸ਼ਮੀਰ ਨੂੰ ਕੌਨਸਟੀਟਿਊਸ਼ਨਲ ਗਾਰੰਟੀ ਸੀਗੀ, ਲੋਕ ਸਭਾ ਦੇ ਵਿੱਚ ਇੱਕ ਸੰਵਿਧਾਨ 'ਚ ਲਿਖਿਆ ਗਿਆ ਸੀਗਾ ਕਿ ਜੰਮੂ ਕਸ਼ਮੀਰ ਨੂੰ ਇੱਕ ਵੱਖਰਾ ਸਟੇਟਸ, ਅਲੱਗਾ ਝੰਡਾ। ਉੱਥੋਂ ਦੇ ਚੀਫ ਮਿਨਿਸਟਰ ਨੂੰ ਪਹਿਲਾਂ ਪ੍ਰਾਈਮ ਮਿਨਿਸਟਰ ਕਹਿੰਦੇ ਸੀਗੇ। ਇਹਨਾਂ ਨੇ ਹੌਲੀ ਹੌਲੀ ਉਹਨੂੰ ਖੋਰਾ ਲਾ ਕੇ, ਅੰਦਰੋਂ ਖੋਰਾ ਲਾ ਕੇ, ਉਹ 2 ਟੋਟੇ ਕਰਕੇ ਉਹ ਮਾਰ ਕੇ ਸੁੱਟਿਆ ਹੋਇਆ ਮੇਰੇ ਵੀਰੋ। ਇਸ ਲਈ ਆਓ ਸਾਰੇ ਇਕੱਠੇ ਹੋਈਏ, ਛੋਟੀਆਂ ਛੋਟੀਆਂ ਗੱਲਾਂ ਛੱਡਣ ਤੋਂ ਬਾਅਦ
ਸਾਰੇ ਇਕੱਠੇ ਹੋ ਕੇ ਤੇ ਪੰਜਾਬ ਇੱਕ ਖੇਤਰੀ ਪਾਰਟੀ ਵੱਲ ਨੂੰ ਸੋਚੋ, ਉਹਦੇ ਵੱਲ ਨੂੰ ਦਿਮਾਗ ਲਾਓ ਤੇ ਚੰਗੇ ਬੰਦੇ। ਤੁਹਾਡਾ ਕੀ ਖਿਆਲ ਹੈ ਪੰਜਾਬ ਦੇ ਵਿੱਚ ਕੋਈ ਹੁਨਰ ਦੀ ਕਮੀ ਆ, ਕੋਈ ਲੀਡਰਸ਼ਿਪ ਦੀ ਕਮੀ ਆ, ਕੋਈ ਪੜ੍ਹੇ ਲਿਖੇ ਬੰਦਿਆਂ ਦੀ ਕਮੀ ਆ? ਬਹੁਤ ਨੇ, ਬਹੁਤ ਸਿਆਣੇ ਲੋਕ ਬੈਠੇ ਨੇ ਯੂਨੀਵਰਸਿਟੀਆਂ ਤੋਂ PhD ਕਰਕੇ, ਬਹੁਤ ਚੰਗੇ ਚੰਗੇ, ਲੇਕਿਨ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਕਿਉਂਕਿ ਇਲੈਕਸ਼ਨਾਂ ਇੰਨੀਆਂ ਮਹਿੰਗੀਆਂ ਕਰਤੀਆਂ ਨਾ ਬਾਦਲਾਂ ਤੇ ਕੈਪਟਨਾਂ ਨੇ। MLA ਵੱਲ ਨੂੰ ਤਾਂ ਮੂੰਹ ਹੀ ਨਹੀਂ ਕਰਦਾ, ਸਰਪੰਚੀ ਵੱਲ ਵੀ ਮੂੰਹ ਨਹੀਂ ਕਰਦਾ। ਕਿਹੜਾ ਬੰਦਾ 4-5 ਕਰੋੜ ਰੁਪਈਆ MLA ਤੇ ਖਰਚੇ ਤੇ ਅਸੈਂਬਲੀ ਦੇ ਵਿੱਚ ਜਾਵੇ? ਇਹਨਾਂ ਨੇ ਇੰਨੀਆਂ ਮਹਿੰਗੀਆਂ ਕਰਤੀਆਂ, ਦਾਇਰਾ ਹੀ ਤੁਹਾਨੂੰ ਬਾਹਰ ਕੱਢ ਦਿੱਤਾ ਚੰਗੇ ਬੰਦਿਆਂ ਨੂੰ ਸਾਰਿਆਂ ਨੂੰ। ਸੋ ਸੋਲਿਊਸ਼ਨ ਜਿਹੜਾ ਪਹਿਲੇ ਪੜਾਅ ਦਾ ਸੋਲਿਊਸ਼ਨ, ਉਹ ਅਕਾਲੀ ਦਲ ਨੂੰ ਜਿਹੜਾ ਖਲਾਓ ਪੈਦਾ ਕੀਤਾ, ਵੈਕਿਊਮ ਕ੍ਰੀਏਟ ਕੀਤਾ, ਉਹਨੂੰ ਭਰਨ ਵਾਸਤੇ ਇੱਕ ਅੱਛੀ ਖੇਤਰੀ ਪਾਰਟੀ ਵੱਲ ਨੂੰ ਵਧਣ ਦੀ ਅੱਜ ਲੋੜ ਆ। ਤੇ ਮੈਂ ਜਿੱਦਾਂ ਕਿਹਾ ਕਿ ਸਭ ਤੋਂ ਪਿੱਛੇ ਖੜਾ ਹੋ ਕੇ ਮੈਂ ਉਹਦੇ ਲਈ ਪੂਰਾ ਜਿੰਨਾ ਦਿਨ ਰਾਤ ਕੋ ਕਰ ਸਕਦੇ ਹਾਂ, ਕਿਉਂਕਿ ਮੈਨੂੰ ਦੁੱਖ ਹੁੰਦਾ ਜਦੋਂ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਬਾਥਰੂਮ ਸਾਫ਼ ਕਰਦੇ ਨੇ। ਸਾਨੂੰ ਦੁੱਖ ਲੱਗਦਾ ਚੰਗੇ ਚੰਗੇ ਘਰਾਂ ਦੇ ਬੱਚੇ ਜਾ ਕੇ ਉੱਥੇ ਮੀਨੀਅਲ ਜੌਬਸ, ਕਲਾਸ 4 ਜਿਹਨੂੰ ਕਹਿੰਦੇ ਆ, ਛੋਟੇ ਛੋਟੇ ਕੰਮ ਕਰਦੇ ਨੇ। ਕਿਉਂ ਗਏ ਨੇ? ਮਜਬੂਰੀ, ਹਨੇਰਾ। ਇਸ ਕਰਕੇ ਆਪਾਂ ਸਭ ਨੂੰ ਕਰਨਾ ਚਾਹੀਦਾ। ਅਖੀਰਲੀ ਇੱਕ ਗੱਲ ਰਹਿ ਚੱਲੀ ਸੀ, ਲਾਸਟ ਛੋਟੀ ਕਰਕੇ ਕਰ ਦਿੰਦੀ ਹਾਂ। ਪੰਜਾਬ ਦੀ ਆਰਥਿਕ ਤਰੱਕੀ, ਖੇਤੀ ਤਰੱਕੀ, ਵਪਾਰਕ ਤਰੱਕੀ ਉਦੋਂ ਤੱਕ ਨਹੀਂ ਹੋਵੇਗੀ ਜਦੋਂ ਤੁਹਾਡਾ ਪਾਕਿਸਤਾਨ ਨਾਲ ਬਾਰਡਰ ਨਹੀਂ ਖੁੱਲ੍ਹੇਗਾ। ਇਹ ਪਾਕਿਸਤਾਨ ਨੂੰ ਵਿਗਾੜ ਕੇ ਰੱਖਦੇ ਨੇ। ਹਵੇ 24 ਘੰਟੇ ਇਮਰਾਨ ਖਾਨ ਨੇ ਆਪਣੇ ਵੱਲੋਂ ਇਹਨਾਂ ਦਾ ਪਾਇਲਟ ਮੋੜਿਆ। ਉਹ ਜਿੰਨਾ ਕੁਝ ਕਰ ਸਕਦਾ ਸੀ ਆਪਣੇ ਹਾਲਾਤਾਂ ਦੇ ਵਿੱਚ ਉਹਨੇ ਕੀਤਾ, ਪਰ ਇਹ ਜਾਣ ਕੇ ਉਹਨੂੰ ਠੋਕੀ ਤੁਰੇ ਆਉਂਦੇ ਨੇ। ਦੁਬਾਰਾ ਪ੍ਰਚਾਰ ਕਰੀ ਸਾਡੇ ਟੈਲੀਵਿਜ਼ਨ ਚੈਨਲ ਤਾਂ ਖਰੇ ਕਮਲੇ ਹੋਏ ਨੇ। ਆਹ ਵਾਲੇ ਨਹੀਂ ਯਾਰ, ਉਤਲੇ ਵਾਲੇ। ਉਹ ਕਦੀ ਸੁਸ਼ਾਂਤ, ਕਦੀ ਰੀਆ ਦੇ ਮਗਰ। ਉਹ ਇੱਕ ਦਿਨ बेचारा और रिया के घर को पिज़्ज़ा लेके चले। कहाँ जा रहे हो? कौन है ये? क्या नाम है तेरा? ला पिज़्ज़ा लैन वाले कमला कर दिता बेचारे ਨੂੰ। सारा दिन सनसनी खबर, बड़ी खबर तो चूहे की खबर भी नहीं होंगी मेरे वीरो। आ किसानों का इकट्ठ नहीं कभी दिखाउणगे नैशनल टैलीविजन। इसलिए जब तक पाकिस्तान के नाल व्यापार का बॉर्डर नहीं खुलेगा, छेती दे के आर्थिक हल अपना होण। साडियां फसलों के कई गुणा भाव ने उधर, गन्ने का, कणक का, हर एक चीज़ का भाव 2-3 गुणा साडा हो सकता जे आ रूट खुल जाए। इनू पुराना कहते सी सिल्क रूट। ये सारा रशिया तक जाता वा, अजरबैजान, ईरान, इराक, उज़बेकिस्तान उत्ते तक। तुहानू याद होगा पुराने कुछ बंदे बैठे हथ खड़े करो। याद है एक बार 1980 के दहाके च आलू लैन ईरान के ट्रक आए सी एयर कंडीशन। किसी को याद है कि नहीं याद है? दसो जरा। याद है? देखो बैठे जल्द वो तो तक नहीं अपना हल होना। सो ज़्यादा समा लैन की माफ़ी मंगदा वा। ਜਿਹੜੇ ਵੀ ਬੁਲਾਰਿਆਂ ਨੇ ਬੋਲਣਾ ਉਹਨਾਂ ਕੋਲ ਹੱਥ ਜੋੜ ਕੇ ਮਾਫੀ ਮੰਗਦਾ। ਪ੍ਰਬੰਧਕਾਂ ਤੋਂ ਵੀ ਮੈਂ ਤੁਹਾਡਾ ਬਹੁਤ ਰਿਣੀ ਆ ਕਿ ਤੁਸੀਂ ਲੱਗੇ ਹੋਏ ਹੋ। ਅਸੀਂ ਜਿੰਨੇ ਜੋਗੇ ਤੁਹਾਡੇ ਨਾਲ ਆ ਮੇਰੇ ਵੀਰੋ। ਤਗੜੇ ਹੋ ਕੇ ਲੱਗੇ ਰਹੋ। ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਦਿਨ ਜ਼ਰੂਰ ਆਵੇਗਾ ਜਿੱਦਣ ਆਪਣੀ ਅਲਟੀਮੇਟ ਫਤਿਹ ਹੋਵੇਗੀ। ਟਾਈਮ ਤਾਂ ਲੱਗ ਸਕਦਾ ਵਾ ਪਰ ਆਵੇਗੀ ਜ਼ਰੂਰ। ਤੁਹਾਨੂੰ ਮੈਂ ਕਹਿ ਸਕਦਾ ਉਨੀ ਦੇਰੇ ਇੱਕ ਪੜਾਅ ਦੀ ਕਰਕੇ ਲੜਾਈ ਲੜੀ ਚਲੋ ਤੇ ਸਾਹ ਜਿਹੜਾ ਹੈਗਾ ਉਸ ਨੂੰ ਨਾ ਛੱਡੋ। ਫਤਿਹ ਪਿਆਰ ਨਾਲ ਅੱਛੀ ਤਰ੍ਹਾਂ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ।